ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਮੈਂ ਅਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਵਿਖੇ ਸਿਹਤ ਸੰਭਾਲ ਦਾ ਵਿਸ਼ਾ ਪੜ੍ਹਾ ਰਹੀ ਹਾਂ। ਇਸ ਵੀਡੀਓ ਵਿੱਚ ਮੈਂ ਅੱਜ ਤੁਹਾਨੂੰ 10th ਕਲਾਸ ਦੇ 2 ਈਅਰ ਪੈਟਰਨ ਅਨੁਸਾਰ ਯੂਨਿਟ ਨੰਬਰ 3 ਬਾਰੇ ਜਾਣਕਾਰੀ ਦੇਵਾਂਗੀ। ਸੋ ਬੱਚਿਓ, ਤੁਸੀਂ ਇਹ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਨਾ ਅਤੇ ਸਮਝਣਾ ਵਾ। ਇਹਦੇ ਵਿੱਚ ਆਪਾਂ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਬਾਰੇ ਪੂਰੇ ਜੋ ਵੀ ਟੌਪਿਕ ਇਹਦੇ ਅੰਡਰ ਆਉਂਦੇ ਆਪਾਂ ਸਾਰੇ ਕਵਰ ਕਰਾਂਗੇ ਅਤੇ ਇਹਨੂੰ ਬੜੇ ਹੀ ਧਿਆਨ ਨਾਲ ਸਮਝਿਓ ਔਰ ਸੁਣਿਓ, ਠੀਕ ਆ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਕਰਾਂਗੇ ਬਾਇਓਮੈਡੀਕਲ ਵੇਸਟ ਕੀ ਹੁੰਦੀ ਆ, ਯਾਨੀ ਕਿ ਉਹਦੀ ਡੈਫੀਨੇਸ਼ਨ ਪਰਿਭਾਸ਼ਾ ਕੀ ਆ। ਅਕੋਰਡਿੰਗ ਟੂ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਐਂਡ ਹੈਂਡਲਿੰਗ ਰੂਲਸ ਆਫ 1998 ਆਫ ਇੰਡੀਆ, any waste which is generated during the diagnosis, treatment, immunization of human being and animals, or in research activities and testing of biological product are called biomedical waste। ਕੀ ਹੈਗਾ ਬਾਇਓਮੈਡੀਕਲ ਵੇਸਟ ਬੱਚਿਓ? ਜਿਹੜੀ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਹੀ ਜਾਂ ਹੈਂਡਲਿੰਗ ਰੂਲ ਸੀ, ਉਹਨਾਂ ਨੇ 1998 ਵਿੱਚ ਇੱਕ ਇਹਦੀ ਪਰਿਭਾਸ਼ਾ ਦਿੱਤੀ। ਉਹਨਾਂ ਨੇ ਕੀ ਕਿਹਾ ਕਿ ਜਿਹੜਾ ਵੇਸਟ ਉਹ ਵਾਲੀ ਵੇਸਟ ਜਨਰੇਟ ਹੁੰਦੀ ਹੈ ਜਦੋਂ ਅਸੀਂ ਕੋਈ ਡਾਇਗਨੋਸ ਕਰਦੇ ਹਾਂ, ਕਿਸੇ ਵੀ ਵਿਅਕਤੀ ਦਾ ਇਲਾਜ ਕਰਨ ਵਾਸਤੇ ਉਸਦੀ ਮਤਲਬ ਕਿ ਬਿਮਾਰੀ ਕੀ ਉਹਨੂੰ ਚੱਲਦੀ ਪਈ ਆ, ਉਹਦਾ ਡਾਇਗਨੋਸ ਕਰਨ ਦੌਰਾਨ, ਉਹਦਾ ਇਲਾਜ ਕਰਨ ਦੌਰਾਨ ਜਿਹੜਾ ਅਸੀਂ ਟੀਕੇ ਕਰਨ ਕਹਿੰਦੇ ਆ, ਇਮੂਨਾਈਜੇਸ਼ਨ ਹੁੰਦਾ ਹਿਊਮਨ ਬੀਇੰਗਸ ਨੂੰ, ਐਨੀਮਲਸ ਨੂੰ ਜਿਹੜੇ ਲੱਗਦੇ ਆ, ਕੋਈ ਉਹਨਾਂ ਦਾ ਟਰੀਟਮੈਂਟ, ਉਹਨਾਂ ਦੇ ਰਿਸਰਚ ਐਕਟੀਵਿਟੀਜ਼ ਜਾਂ ਜਿਹੜੇ ਅਸੀਂ ਟੈਸਟ ਕਰਦੇ ਹਾਂ ਬਾਇਓਲੋਜੀਕਲ ਪ੍ਰੋਡਕਟਸ ਦੇ ਦੌਰਾਨ ਜਿੰਨੀ ਵੀ ਵੇਸਟੇਜ ਜਿਹੜੀ ਜਨਰੇਟ ਹੋਏਗੀ, ਪੈਦਾ ਹੋਏਗੀ, ਉਹਨੂੰ ਆਪਾਂ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਕਹਾਂਗੇ। ਇਹਦੇ ਵਿੱਚ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਕਿ ਕਿਹੜੀ ਵੇਸਟ ਹੁੰਦੀ ਆ। ਜਦੋਂ ਵੇਖੋ ਸਭ ਤੋਂ ਬੜੀ ਸਿੰਪਲ ਅਤੇ ਮਤਲਬ ਕਿ ਈਜ਼ੀ ਐਗਜ਼ਾਮਪਲ ਹੈਗੀ ਕਿ ਜਦੋਂ ਆਪਾਂ ਕਿਸੇ ਨੂੰ ਪੇਸ਼ੈਂਟ ਨੂੰ ਇੰਜੈਕਸ਼ਨ ਲਾਇਆ, ਠੀਕ ਆ, ਇੱਕ ਜਿੱਚੋਂ ਇੰਜੈਕਸ਼ਨ ਅਸੀਂ ਭਰਿਆ ਉਹ ਵਾਇਲ ਖਾਲੀ ਹੋਈ, ਦੂਸਰੀ ਉਹ ਸਰਿੰਜ। ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਜਿਹੜੀ ਆਪਾਂ ਇੱਕ ਸਰਿੰਜ ਇੱਕ ਵਾਰ ਇੱਕ ਵਿਅਕਤੀ 'ਤੇ ਯੂਜ਼ ਕਰ ਲੈਂਦੇ ਹਾਂ, ਉਹਨੂੰ ਦੁਬਾਰਾ ਅਸੀਂ ਕਿਸੇ ਹੋਰ ਵਿਅਕਤੀ 'ਤੇ ਕਦੇ ਵੀ ਨਹੀਂ ਯੂਜ਼ ਕਰਨੀ। ਅਤੇ ਫਿਰ ਉਹ ਜੇ ਅਸੀਂ ਉਹ ਸਰਿੰਜ ਜਿਹੜੀ ਆ ਐਵੇਂ ਹੀ ਸੁੱਟ ਦਾਂਗੇ ਜਾਂ ਉਹਨੂੰ ਕੋਈ ਹੋਰ ਯੂਜ਼ ਕਰ ਲਏਗਾ ਅਤੇ ਉਹਦਾ ਕੀ ਹੋਏਗਾ? ਉਹਦਾ ਨੁਕਸਾਨ ਹੀ ਹੋਏਗਾ, ਠੀਕ ਆ। ਜਾਂ ਉਹਦੇ ਨਾਲ ਇਨਫੈਕਸ਼ਨ ਕ੍ਰੀਏਟ ਹੋਏਗੀ। ਅਤੇ ਉਹਨੂੰ ਕਿਵੇਂ ਖ਼ਤਮ ਕਰਨਾ ਵਾ, ਕਿਵੇਂ ਉਹਨੂੰ ਸਾਰਾ ਕੀ ਸਟੈਪਸ ਹੈਗੇ ਨੇ, ਅਤੇ ਉਹ ਸਾਰਾ ਆਪਾਂ ਇਸ ਚੈਪਟਰ 'ਚ ਪੜ੍ਹਾਂਗੇ। ਅਤੇ ਉਹ ਜਿਹੜੀ ਵੇਸਟ ਹੋਈ, ਕ੍ਰੀਏਟ ਹੋਈ, ਆਪਣੀ ਸਰਿੰਜ ਹੋ ਗਈ, ਵਾਇਲ ਹੋ ਗਈ, ਮੰਨ ਲਓ ਕਿਸੇ ਦੀ ਡਰੈਸਿੰਗ ਕੀਤੀ ਆ, ਜਿਹੜੀ ਉਹਦੀ ਗੰਦੀ ਪੱਟੀ ਲਾਈ ਹੋਈ ਆ, ਬਲੱਡ ਨਾਲ ਲਿਬੜੀ, ਉਹ ਵੇਸਟ ਹੋ ਗਈ। ਜਾਂ ਅਸੀਂ ਜਦੋਂ ਕਿਸੇ ਪੇਸ਼ੈਂਟ ਦਾ ਸੈਂਪਲ ਲੈਂਦੇ ਹਾਂ, ਮੰਨ ਲਓ ਖੂਨ ਟੈਸਟ ਹੀ ਕਰਨਾ, ਉਹਦੇ ਵਾਸਤੇ ਅਸੀਂ 1 ml 2 ml ਬਲੱਡ ਸੈਂਪਲ ਲੈਂਦੇ ਹਾਂ, ਜਿੰਨਾ ਉਹਦੇ ਵਿੱਚ ਵਰਤ ਲਿਆ, ਠੀਕ ਆ, ਲੈਬੋਰਟਰੀ ਦੇ ਵਿੱਚ, ਅਤੇ ਜਿੰਨਾ ਉਹ ਬਾਕੀ ਬਚਿਆ ਉਹ ਵੀ ਪੇਸ਼ੈਂਟ ਨੂੰ ਵਾਪਸ ਥੋੜ੍ਹਾ ਕਰਦੇ ਆ, ਉਹ ਵੀ ਇੱਕ ਵੇਸਟ ਹੀ ਜਨਰੇਟ ਹੁੰਦੀ ਆ। ਬਹੁਤ ਸਾਰੀਆਂ ਹੀ ਐਕਟੀਵਿਟੀਜ਼ ਹੈਗੀਆਂ ਨੇ ਜਾਂ ਬਹੁਤ ਸਾਰੇ ਕੰਮ ਹੈਗੇ ਨੇ ਜਿਹੜੇ ਅਸੀਂ ਪੇਸ਼ੈਂਟ ਦੀ ਜਦੋਂ ਕੇਅਰ ਕਰਦੇ ਹਾਂ, ਉਹਦਾ ਇਲਾਜ ਕਰਦੇ ਹਾਂ, ਅਤੇ ਬਹੁਤ ਸਾਰੀ ਵੇਸਟ ਜਨਰੇਟ ਹੁੰਦੀ ਆ। ਉਹ ਸਾਰੀ ਵੇਸਟ ਨੂੰ ਆਪਾਂ ਕੀ ਕਹਾਂਗੇ? ਬਾਇਓਮੈਡੀਕਲ ਵੇਸਟ, ਠੀਕ ਆ। ਇਹ ਤੋਂ ਅੱਗੇ ਬੱਚੇ ਇਹਦੀ ਹੈਗੀ ਆ ਕਲਾਸੀਫਿਕੇਸ਼ਨ, ਮਤਲਬ ਕਿਹੜੀ ਕਿਹੜੀ ਹੈਗੀ ਆ। ਟੋਟਲ 9 ਤਰ੍ਹਾਂ ਦੀ ਆ। ਇਹਨਾਂ ਮੈਂ 1 ਬਾਏ 1 ਤੁਹਾਨੂੰ ਸਾਰੀ ਐਕਸਪਲੇਨ ਕਰਾਂਗੀ ਵੀ ਜਨਰਲ ਵੇਸਟ ਵਿੱਚ ਕੀ ਆਉਂਦਾ ਵਾ, ਇਨਫੈਕਸ਼ਨ ਵੇਸਟ ਵਿੱਚ ਕੀ ਆਉਂਦਾ ਵਾ, ਹੌਸਪੀਟਲ ਵੇਸਟ ਵਿੱਚ ਕੀ ਆਏਗਾ, ਫਾਰਮਾਫੈਟਿਕ ਵੇਸਟ ਹੈਗੀ ਆ ਉਹਦੇ ਵਿੱਚ ਕੀ ਆਏਗਾ, ਹੈਡਜਸ ਵੇਸਟ ਆ ਉਹਦੇ ਵਿੱਚ ਕੀ ਆਏਗਾ, ਪੈਥੋਲੋਜੀਕਲ ਵੇਸਟ ਆ ਉਹ ਕੀ ਹੁੰਦੀ ਆ, ਪ੍ਰੈਸ਼ਰਾਈ ਵੇਸਟ, ਕੈਮੀਕਲ ਵੇਸਟ, ਰੇਡੀਓ ਐਕਟਿਵ ਵੇਸਟ, ਸਾਰੀਆਂ ਮਤਲਬ ਕਿ ਵੱਖਰੀ ਵੱਖਰੀ ਕਲਾਸੀਫਿਕੇਸ਼ਨ ਆ, ਉਹ ਆਪਾਂ ਅੱਗੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਹੈਗੀ ਜਨਰਲ ਵੇਸਟ। ਦਾ ਵੇਸਟ ਜਨਰੇਟ ਫਰੋਮ ਆਫਿਸ, ਕਿਚਨ, ਸਟੋਰ ਐਂਡ ਲਾਂਡਰੀਜ਼। ਜਨਰਲ ਵੇਸਟ ਦੇ ਵਿੱਚ ਆ ਜਾਂਦਾ, ਵੇਖੋ ਹੌਸਪੀਟਲ ਦੇ ਵਿੱਚ ਪੇਸ਼ੈਂਟਸ ਨੂੰ ਖਾਣਾ ਮਿਲਦਾ ਵਾ, ਕੰਟੀਨ ਹੈਗੀ ਆ, ਠੀਕ ਆ, ਉਹਦੇ ਦੌਰਾਨ ਜਿਹੜੀ ਵੇਸਟ ਕ੍ਰੀਏਟ ਹੁੰਦੀ ਆ ਉਹ ਵਾਲੀ ਆਪਾਂ ਵੇਸਟ ਨੂੰ ਜਨਰਲ ਵੇਸਟ ਵਿੱਚ ਪਾਵਾਂਗੇ। ਹੌਸਪੀਟਲ ਵਿੱਚ ਵੀ ਐਡਮਿਨਿਸਟ੍ਰੇਟਿਵ ਬਲਾਕ ਹੈਗੇ ਆ, ਉੱਥੇ ਵੀ ਆਫਿਸ ਜਿਹੜਾ ਕਾਗਜ਼ੀ ਕਾਰਵਾਈ ਹੁੰਦੀ ਆ, ਜਿਹੜੀ ਉੱਥੇ ਵੇਸਟ ਹੋਈ ਜਨਰੇਟ ਪੈਦਾ ਹੋਈ, ਉਹਨੂੰ ਆਪਾਂ ਜਿਹੜਾ ਜਨਰਲ ਵੇਸਟ ਵਿੱਚ ਐਡ ਕਰਦੇ ਹਾਂ। ਨੈਕਸਟ ਹੈਗੀ ਇਨਫੈਕਸ਼ਨ ਵੇਸਟ। ਇਟ ਰੈਫਰ ਟੂ ਦਾ ਪੋਰਸ਼ਨ ਵਿੱਚ ਟਰਾਂਸਮਿਟ ਵਾਇਰਸ, ਬੈਕਟੀਰੀਆ ਔਰ ਪੈਰਾਸਾਈਟ ਡਿਜ਼ੀਜ਼। ਇਹਦੇ ਵਿੱਚ ਆਪਾਂ ਜਿਹੜੀ ਹੈਗੀ ਆ ਕੋਈ ਮਤਲਬ ਕਿ ਹੋ ਗਈਆਂ ਜਿੱਦਾਂ ਬੈਂਡੇਜ ਹੋ ਗਈਆਂ, ਜਿਹਦੇ ਰਾਹੀਂ ਮਤਲਬ ਕਿ ਬੈਕਟੀਰੀਆ ਵਾਇਰਸ ਜਿਹੜੇ ਆ ਟਰਾਂਸਮਿਟ ਹੋ ਸਕਦੇ ਇੱਕ ਤੋਂ ਦੂਜੀ ਜਗ੍ਹਾ 'ਤੇ, ਉਹ ਵਾਲੀ ਵੇਸਟ ਜਿਹੜੀ ਆਪਾਂ ਇਨਫੈਕਸ਼ਨ ਵਾਲੀ ਵੇਸਟ, ਮਤਲਬ ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਪੈਰਾਸਾਈਟਸ ਨੂੰ ਜਿਹੜੇ ਆ ਟਰਾਂਸਮਿਟ ਕਰ ਸਕਦੀ ਆ, ਉਹ ਵਾਲੀ ਇਨਫੈਕਸ਼ਨ ਜਿਹੜੀ ਹੈ ਇਨਫੈਕਸ਼ਨ ਵੇਸਟ ਹੋ ਜਾਂਦੀ ਆ। ਨੈਕਸਟ ਬੱਚੇ ਆ ਗਏ ਹੌਸਪੀਟਲ ਵੇਸਟ। ਇਟ ਰੈਫਰ ਟੂ ਆਲ ਵੇਸਟ ਬਾਇਓਲੋਜੀਕਲ ਔਰ ਨਾਨ ਬਾਇਓਲੋਜੀਕਲ ਦੈਟ ਇਜ਼ ਜਨਰੇਟ ਫਰੋਮ ਹੌਸਪੀਟਲ। ਜਿਹੜੀ ਬਾਇਓਲੋਜੀਕਲ ਨਾਨ ਬਾਇਓਲੋਜੀਕਲ ਵਿੱਚ ਆ ਜਾਂਦੀ ਆ,
ਜਿਹਦਾ ਅਸੀਂ ਅੱਗੇ ਪ੍ਰਯੋਗ ਨਹੀਂ ਕਰ ਸਕਦੇ, ਜਿੱਦਾਂ ਹੌਸਪੀਟਲ ਵਿੱਚ ਲੈਬੋਰਟਰੀਜ਼ ਹੈਗੀਆਂ ਵਾ, ਵਾਇਲਸ ਹੋ ਜਾਂਦੀਆਂ ਨੇ ਇਕੱਠੀਆਂ ਜਿਨ੍ਹਾਂ 'ਚ ਆਪਾਂ ਸੈਂਪਲ ਲੈਂਦੇ ਨੇ, ਉਹ ਵਾਲੀਆਂ। ਨੈਕਸਟ ਹੈਗੀ ਆ ਫਾਰਮਾਥੈਟੀਕਲ ਵੇਸਟ। ਇਟ ਇਨਕਲੂਡ ਐਕਸਪਾਇਰ ਅਨਯੂਜ਼ ਪਿਲਡ ਡਰੱਗਸ ਵੈਕਸੀਨ ਔਰ ਸੀਰਾ। ਉਹਦੇ ਵਿੱਚ ਫਾਰਮਾ ਦੇ ਵਿੱਚ ਆ ਜਾਂਦਾ ਬੱਚੇ, ਜਿਹੜੀਆਂ ਐਕਸਪਾਇਰੀ ਹੋਈਆਂ ਮੈਡੀਸਿਨਸ ਨੇ ਉਹਨਾਂ ਨੂੰ ਵੀ ਤਾਂ ਆਪਾਂ ਕਿਤੇ ਨਾ ਕਿਤੇ ਮਤਲਬ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਖ਼ਤਮ ਕਰਨਾ ਵਾ ਨਾ। ਜਿਹੜੇ ਅਨਯੂਜ਼ ਮੈਡੀਸਿਨਸ ਹੋ ਗਈਆਂ ਵਾ, ਠੀਕ ਆ, ਕੋਈ ਵੈਕਸੀਨਸ ਹੋ ਜਾਂਦੇ ਆ ਐਕਸਪਾਇਰ। ਦੇਖੋ ਤੁਹਾਨੂੰ ਪਤਾ ਵਾ ਕਿ ਇਹ ਮੈਡੀਸਿਨ ਜਿਹੜੀ ਐਕਸਪਾਇਰ ਹੋ ਗਈ, ਜੇ ਤੁਸੀਂ ਉਹਨੂੰ ਇੱਦਾਂ ਹੀ ਸੱਚ ਕਿਤੇ ਸੁੱਟ ਦੋਗੇ, ਕਿਸੇ ਹੋਰ ਨੂੰ ਨਹੀਂ ਨਾ ਪਤਾ, ਹੋ ਸਕਦਾ ਕੋਈ ਅਨਪੜ੍ਹ ਵਿਅਕਤੀ ਉਹਨੂੰ ਫੜ ਕੇ ਯੂਜ਼ ਕਰ ਲੇ ਤਾਂ ਉਹਦੇ ਲਈ ਨੁਕਸਾਨਦੇਹ ਹੋਏਗੀ। ਇਸ ਕਰਕੇ ਇਹ ਵਾਲੀ ਵੇਸਟ ਨੂੰ ਵੀ ਆਪਾਂ ਐਡ ਕਰਦੇ ਹੈਗੇ ਆ। ਨੈਕਸਟ ਹੈਗਾ ਪੈਥੋਲੋਜੀਕਲੀ ਵੇਸਟ। ਇਟ ਕੰਸਿਸਟ ਆਫ ਟਿਸ਼ੂ, ਆਰਗਨ, ਬੋਡੀ ਪਾਰਟਸ, ਹਿਊਮਨ ਫੀਟਸ ਐਂਡ ਬਲੱਡ ਐਂਡ ਬੋਡੀ ਫਲੂਇਡ। ਇਹਦੇ ਵਿੱਚ ਆ ਜਾਂਦਾ ਬੱਚੇ ਜਿਹੜੇ ਜਿੱਦਾਂ ਵੇਖੋ ਕਈਆਂ ਦੇ ਵਿੱਚੋਂ ਕੋਈ ਕਿਸੇ ਕਾਰਨ ਕਰਕੇ ਕਿਸੇ ਦਾ ਵਿਅਕਤੀ ਦਾ ਕੋਈ ਪਾਰਟ ਜਿਹੜਾ ਉਹ ਡੈੱਡ ਹੋ ਜਾਂਦਾ। ਮੰਨ ਲਓ ਕਿਸੇ ਦੇ ਪਿੱਤੇ ਦੇ ਵਿੱਚ ਸਟੋਨ ਆ ਜਾਂਦੀ ਹੈ, ਪੱਥਰੀ ਆ ਜਾਂਦੀ ਆ, ਤਾਂ ਉਹ ਕੀ ਕਰਦੇ ਆ, ਪਿੱਤਾ ਰਿਮੂਵ ਕਰ ਦਿੰਦੇ ਆ। ਆਮ ਤੁਸੀਂ ਆਪਣੀ ਜਨਰਲ ਭਾਸ਼ਾ 'ਚ ਮੈਂ ਤੁਹਾਨੂੰ ਕਹਾਂ ਤਾਂ ਸੁਣ ਲੈਂਦੇ ਵੀ ਆਪਾਂ ਉਸ ਵਿਅਕਤੀ ਦਾ ਆਪਰੇਟ ਹੋਇਆ ਤਾਂ ਪਿੱਤਾ ਕੱਢਿਆ। ਉਹ ਜਿਹੜਾ ਪਿੱਤਾ ਕੱਢਿਆ ਉਹ ਹੈ ਤੇ ਮਤਲਬ ਕਿ ਵੇਸਟ ਹੋ ਗਿਆ ਨਾ, ਉਹ ਕਿਸੇ ਕੰਮ ਤਾਂ ਨਹੀਂ ਨਾ ਆਇਆ। ਇਹ ਨਹੀਂ ਵੀ ਇੱਕ ਵਿਅਕਤੀ ਤੋਂ ਕੱਢ ਕੇ ਦੂਜੇ ਦੇ, ਤਾਂ ਉਹ ਵੀ ਇੱਕ ਤਰ੍ਹਾਂ ਦੀ ਵੇਸਟੇਜ ਹੋ ਗਈ। ਉਹਨੂੰ ਕਿਵੇਂ ਕਰਨਾ, ਉਹਨੂੰ ਆਪਾਂ ਕਿਵੇਂ ਕਰਨਾ, ਉਹ ਅੱਗੇ ਨੈਕਸਟ ਸਟੈਪ ਹੈਗੇ ਆ, ਉਹ ਤੁਹਾਨੂੰ ਮੈਂ ਦੱਸਾਂਗੀ। ਉਹਨੂੰ ਅਸੀਂ ਕਿੱਥੇ ਐਡ ਕਰਨਾ, ਪੈਥੋਲੋਜੀਕਲ ਵੇਸਟ ਵਿੱਚ। ਨੈਕਸਟ ਬੱਚੇ ਆਉਂਦਾ ਇਹਦੇ ਵਿੱਚ ਰੇਡੀਓ ਐਕਟਿਵ ਵੇਸਟ। ਇਟ ਇਨਕਲੂਡ ਦਾ ਐਕਸਰੇ ਐਂਡ ਅਦਰ ਰੇਡੀਓ ਐਕਟਿਵ ਸਬਸਟੈਂਸ। ਇਹਦੇ ਵਿੱਚ ਜਿਹੜੀ ਆ ਮਤਲਬ ਕਿ ਤਰਲ ਗੈਸਾਂ ਦੀ ਰੱਦੀ ਸ਼ਾਮਲ ਹੋ ਜਾਂਦੀ ਆ, ਜਾਂ ਕੋਈ ਹੋਰ ਸਰੀਰ ਵਿੱਚੋਂ ਕੋਈ ਤਰ੍ਹਾਂ ਦਾ ਤਰਲ ਟਿਸ਼ੂ ਨਿਕਲਿਆ, ਉਹ ਜਿਹੜਾ ਅਸੀਂ ਰੇਡੀਓ ਐਕਟਿਵ ਦੇ ਵਿੱਚ ਇਨਕਲੂਡ ਕਰ ਦਿੰਦੇ ਆ, ਠੀਕ ਹੈ। ਨੈਕਸਟ ਬੱਚੇ ਇਹਦੇ ਵਿੱਚ ਹੈਗਾ ਕੈਮੀਕਲ ਵੇਸਟ। ਕੈਮੀਕਲ ਵਿੱਚ ਕੰਸਿਸਟ ਆਫ ਸੋਲਿਡ, ਲਿਕੁਇਡ ਐਂਡ ਗੈਸ਼ੀਅਸ ਕੈਮੀਕਲ। ਕੈਮੀਕਲ ਦੇ ਵਿੱਚ ਜਿਹੜੇ ਕੈਮੀਕਲ ਤੋਂ ਹੀ ਸਮਝ ਆਉਂਦਾ ਵੀ ਇਹਦੇ ਵਿੱਚ ਜਿਹੜੀਆਂ ਗੈਸ ਹੋ ਗਈਆਂ, ਲਿਕੁਇਡ ਜਾਂ ਸੋਲਿਡ ਜਿਹੜੀਆਂ ਨਹੀਂ ਚਾਹੀਦੀਆਂ, ਉਹ ਆਪਾਂ ਐਡ ਕਰਾਂਗੇ। ਜਾਂ ਜਿਹੜੀ ਉਹਨਾਂ ਗੈਸਿਸ ਦੀ ਕੋਈ ਰਿਸਰਚ ਦੇ ਦੌਰਾਨ ਜਾਂ ਉਹਨਾਂ ਦੀ ਕੋਈ ਰਿਐਕਸ਼ਨ ਦੇ ਦੌਰਾਨ ਵੇਸਟ ਜਨਰੇਟ ਹੋਈ। ਹੈਜਸ ਵੇਸਟ। ਇਟ ਇਨਕਲੂਡ ਦਾ ਵੇਸਟ ਡੈਟ ਕਾਜ਼ ਹਾਰਮ ਟੂ ਹੈਲਥ ਐਂਡ ਲਾਈਫ ਆਫ ਹਿਊਮਨ ਬੀਇੰਗ। ਜਿਹੜੀ ਮਤਲਬ ਕਿ ਖਤਰਾ ਪੈਦਾ ਕਰ ਸਕਦੀ ਆ ਕਿਸੇ ਦੀ ਸਿਹਤ ਵਾਸਤੇ, ਕਿਸੇ ਦੀ ਹਿਊਮਨ ਬੀਇੰਗ ਮਤਲਬ ਕਿਸੇ ਦੀ ਲਾਈਫ ਵਾਸਤੇ, ਉਹ ਵਾਲੀ ਵੇਸਟੇਜ ਆਪਾਂ ਇਹਦੇ ਵਿੱਚ ਐਡ ਕਰਾਂਗੇ। ਪ੍ਰੈਸ਼ਰਾਈਜ਼ ਵੇਸਟ। ਇਟ ਇਨਕਲੂਡ ਕੰਪਰੈਸ ਗੈਸ ਸਿਲੰਡਰ, ਐਰੋਸੋਲ ਕੈਨਸ ਐਸੈਟਰਾ। ਮਤਲਬ ਜਿਹੜੀਆਂ ਦਬਾਅ ਵਾਲੇ ਗੈਸ ਸਿਲੰਡਰ ਹੋ ਗਏ, ਜਿਨ੍ਹਾਂ ਨੂੰ ਸੁੱਟਣ ਯੋਗ ਹੁੰਦੇ ਆ, ਕੰਟੇਨਰ ਜਿੱਦਾਂ ਮੰਨ ਲਓ ਆਕਸੀਜਨ ਸਿਲੰਡਰ ਜਾਂ ਕੁਛ, ਇਹ ਵਾਲੀ ਸਾਰੀ ਗੈਸ ਜਿਹੜੀ ਆ ਉਹਨਾਂ ਨੂੰ ਆਪਾਂ ਇਹਦੇ ਵਿੱਚ ਐਡ ਕਰਾਂਗੇ, ਜਿਹੜੀ ਆ ਪ੍ਰੈਸ਼ਰਾਈਜ਼ ਵੇਸਟ ਹੁੰਦੀ ਆ। ਇਹ ਸਾਰੇ ਬੱਚੇ 9 ਤਰ੍ਹਾਂ ਦੀ ਕਲਾਸੀਫਿਕੇਸ਼ਨ ਹੀ ਤੁਹਾਨੂੰ ਪਤਾ ਲੱਗ ਗਿਆ ਵੀ ਕਿਹੜੀ ਵੇਸਟ, ਮਤਲਬ ਹਰ ਇੱਕ ਵੇਸਟ ਨੂੰ ਇੱਕ ਕੈਟਾਗਰੀ ਦਿੱਤੀ ਹੋਈ ਆ, ਇੱਕ ਉਹਨਾਂ ਦੀਆਂ ਜਿਹੜੀਆਂ ਵਾ ਮਤਲਬ ਕਿ ਪਾਰਟੀਕੂਲਰ ਉਹਨਾਂ ਨੇ ਟਰਮ ਦਿੱਤੀ ਹੋਈ ਆ। ਸੋ ਨੈਕਸਟ ਬੱਚੇ ਇਹਦੇ ਵਿੱਚ ਹੈਗੀਆਂ ਕੈਟਾਗਰੀਜ਼ ਆਫ ਬਾਇਓਮੈਡੀਕਲ ਵੇਸਟ। ਅਕੋਰਡਿੰਗ ਟੂ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਐਂਡ ਹੈਂਡਲਿੰਗ ਰੂਲਸ ਦੇ ਅਕੋਰਡਿੰਗ 10 ਕੈਟਾਗਰੀਜ਼ ਦਿੱਤੀਆਂ ਹੋਈਆਂ। ਇਹ ਨਹੀਂ ਵੀ ਸਾਰੀ ਮਤਲਬ ਕਿ ਹੋਸਪਿਟਲ ਦੇ ਵਿੱਚ ਪੱਟੀ ਵੀ ਜਿਹੜੀ ਆ ਵੇਸਟ ਪੱਟੀ ਆ ਉਹ ਵੀ ਇੱਕ ਡਸਟਬਿਨ 'ਚ ਆ, ਜਾਂ ਮਤਲਬ ਕਿ ਸਰਿੰਜਾਂ, ਵਾਇਲਸ ਉਹ ਵੀ ਇੱਕ ਵੇਸਟ, ਕੋਈ ਕਾਗਜ਼ ਉਹ ਵੀ ਇੱਕ ਡਸਟਬਿਨ 'ਚ ਆ। ਇਵੇਂ ਨਹੀਂ ਹੁੰਦਾ ਬੱਚੇ, ਉੱਥੇ ਹਰ ਇੱਕ ਵੇਸਟ ਨੂੰ ਲੈ ਕੇ ਇੱਕ ਡਿਫਰੈਂਟ ਜਿਹੜੀ ਕਲਰ ਕੋਡਿੰਗ ਆ, ਡਿਫਰੈਂਟ ਉਹਦੀ ਕੈਟਾਗਰੀ ਆ। ਉਹ ਅੱਗੇ ਆਪਾਂ ਨੈਕਸਟ ਜਿਹੜੀਆਂ ਸਲਾਈਡਸ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ। ਫਿਲਹਾਲ ਤੁਸੀਂ ਇਹ ਜਿਹੜੀ ਕੈਟਾਗਰੀਜ਼ ਉਹਨੂੰ ਧਿਆਨ ਨਾਲ ਦੇਖੋ। ਉਹਦੇ ਵਿੱਚ ਉਹਨਾਂ 10 ਕੈਟਾਗਰੀਜ਼ ਦਿੱਤੀਆਂ ਹੋਈਆਂ ਨੇ। ਕੈਟਾਗਰੀ ਨੰਬਰ ਦੇ ਵਿੱਚ 1 ਦੇ ਵਿੱਚ ਹਿਊਮਨ ਅਨਾਟੋਮੀਕਲ ਵੇਸਟ, ਮਤਲਬ ਜੋ ਆਦਮੀਆਂ ਦੇ ਨਾਲ, ਮਨੁੱਖ ਦੇ ਨਾਲ ਰਿਲੇਟਡ ਆ, ਉਹਨੂੰ ਉਹਨਾਂ ਨੇ ਕੈਟਾਗਰੀ ਨੰਬਰ 1 'ਚ ਪਾ ਦਿੱਤਾ ਵਾ। ਕੈਟਾਗਰੀ ਨੰਬਰ 2 ਦੇ ਵਿੱਚ ਐਨੀਮਲ ਵੇਸਟ। ਵੇਖੋ ਜਿਵੇਂ ਜਿਹੜੇ ਆਪਣੇ ਹੈਗੇ ਆ ਵੈਟਰਨਰੀ ਹੋਸਪਿਟਲਸ ਨੇ, ਵੈਟਰਨਰੀ ਡਾਕਟਰ ਨੇ, ਸੇਮ ਵੇਖੋ ਇੰਜੈਕਸ਼ਨਸ ਉਹਨਾਂ ਨੂੰ ਵੀ ਲੱਗਦੇ ਨੇ। ਆਪਣੇ ਜੋ ਐਨੀਮਲਸ ਨੇ, ਕਾਓ, ਬੈਫਲੋ ਨੇ, ਠੀਕ ਆ, ਉਹ ਵੀ ਬਿਮਾਰ ਹੁੰਦੇ ਨੇ, ਉਹਨਾਂ ਦਾ ਵੀ ਇਲਾਜ ਹੁੰਦਾ ਵਾ। ਉਹਨਾਂ ਦੇ ਮਤਲਬ ਕਿ ਜਿਹੜਾ ਸਾਡੇ ਪਸ਼ੂ ਹਸਪਤਾਲ ਆ ਉਹਨਾਂ ਵਿੱਚ ਵੀ ਸੇਮ ਇੰਨੇ ਹੀ ਜਿੱਦਾਂ ਹਿਊਮਨ ਹੋਸਪਿਟਲਸ ਹੈਗੇ ਨੇ, ਉਹਨਾਂ ਵਿੱਚ ਵੀ ਇੱਦਾਂ ਹੀ ਰਿਸਰਚ ਹੁੰਦੀ ਆ, ਇੱਦਾਂ ਹੀ ਇੰਜੈਕਸ਼ਨ ਲੱਗਦੇ ਨੇ, ਇਵੇਂ ਹੀ ਜਿਹੜੇ ਐਨੀਮਲਸ ਦਾ ਟਰੀਟਮੈਂਟ ਹੁੰਦਾ ਵਾ। ਅਤੇ ਉਹ ਵੀ ਉਹਨਾਂ ਦੇ ਜਿਹੜਾ ਜਦੋਂ ਉਹ ਆਪਣੇ ਐਨੀਮਲਸ ਦਾ ਇਲਾਜ ਕਰਦੇ ਨੇ ਤਾਂ ਉੱਥੇ ਵੇਸਟ ਜਨਰੇਟ ਹੁੰਦੀ ਆ। ਉਹ ਵਾਲੀ ਕੈਟਾਗਰੀ ਨੂੰ ਉਹਨਾਂ ਨੇ ਜਿਹੜਾ ਹੈਗਾ 2 ਕੈਟਾਗਰੀ ਵਿੱਚ
ਐਡ ਕੀਤਾ ਹੋਇਆ ਵਾ। ਕੈਟਾਗਰੀ ਨੰਬਰ 3 ਦੇ ਵਿੱਚ ਮਾਈਕਰੋਬਾਇਓਲੋਜੀਕਲ ਵੇਸਟ। ਮਾਈਕਰੋਬਾਇਓਲੋਜੀ ਵਿੱਚ ਲੈਬੋਰਟਰੀਜ਼ ਦੇ ਵਿੱਚ ਜਿਹੜੀ ਆ ਜਾਂਦੀ ਆ, ਠੀਕ ਹੈ। ਜਦੋਂ ਕੋਈ ਜਾਂ ਤਾਂ ਉਹਨਾਂ ਨੇ ਕੋਈ ਰਿਸਰਚ ਕੀਤੀ ਆ ਕਿਸੇ ਮੈਡੀਸਿਨ 'ਤੇ, ਇਹ ਤੁਹਾਨੂੰ ਗੱਲ ਪਤਾ ਹੋਣੀ ਚਾਹੀਦੀ ਵੀ ਜਦੋਂ ਇੱਕ ਮੈਡੀਸਿਨ ਜਿਹੜੀ ਹੈਗੀ ਆ ਕਿਸੇ ਪਰਸਨ 'ਤੇ, ਕਿਸੇ ਹਿਊਮਨ ਬੀਇੰਗ 'ਤੇ ਅਪਲਾਈ ਕਰਨ ਤੋਂ ਪਹਿਲਾਂ ਉਹਨੂੰ ਲੈਬੋਰਟਰੀਜ਼ ਦੇ ਵਿੱਚ ਉਹਦਾ ਜਿਹੜਾ ਹੈਗਾ ਵਾ ਰਿਸਰਚ ਕੀਤੀ ਜਾਂਦੀ ਹੈਗੀ ਆ ਵੀ ਉਹਦਾ ਕਿੰਨਾ ਕੁ ਸਾਈਡ ਇਫੈਕਟ ਹੋਏਗਾ, ਕਿੰਨਾ ਕੁ ਇਫੈਕਟ ਹੋਏਗਾ, ਠੀਕ ਆ। ਉਹਦੇ ਦੌਰਾਨ ਜੋ ਵੇਸਟ ਜਨਰੇਟ ਹੁੰਦੀ ਆ ਉਹਨੂੰ ਆਪਾਂ ਮਾਈਕਰੋਬਾਇਓਲੋਜੀਕਲ ਕੈਟਾਗਰੀ ਨੰਬਰ 3 ਵਿੱਚ ਐਡ ਕਰਦੇ ਹਾਂ, ਠੀਕ ਹੈ, ਜੋ ਲੈਬੋਰਟਰੀਜ਼ ਦੇ ਵਿੱਚ। ਕੈਟਾਗਰੀ ਨੰਬਰ 4 ਵੇਸਟ ਸ਼ਾਰਪ। ਸ਼ਾਰਪ ਮਤਲਬ ਤਿੱਖੀਆਂ ਜਿਹੜੀ ਰਹਿੰਦ ਖੂੰਦ ਹੋ ਜਾਂਦੀ ਆ, ਸੂਈਆਂ ਹੋ ਗਈਆਂ, ਸਰਿੰਜਾਂ ਹੋ ਗਈਆਂ, ਬਲੇਡ ਹੋ ਗਏ, ਠੀਕ ਆ। ਉਹ ਸਾਰੀ ਵੇਸਟ ਜਿਹੜੀ ਵਰਤੇ ਹੋਏ ਜਾਂ ਨਹੀਂ ਵੀ ਵਰਤੇ, ਐਕਸਪਾਇਰੀ ਹੋ ਗਈਆਂ ਕੋਈ ਇੰਜੈਕਸ਼ਨਸ ਵਾਇਲ ਦੇ ਵਿੱਚ, ਕੱਚ ਦੀਆਂ ਸ਼ੀਸ਼ੀਆਂ ਦੇ ਵਿੱਚ, ਉਹ ਵਾਲੀ ਕੈਟਾਗਰੀ ਨੰਬਰ 4 ਦੇ ਵਿੱਚ ਆਵਾਂਗੀ, ਵੇਸਟ ਸ਼ਾਰਪ ਵਿੱਚ। ਕੈਟਾਗਰੀ ਨੰਬਰ 5 ਦੇ ਵਿੱਚ ਆ ਜਾਂਦੇ ਆ ਬੱਚੇ ਡਿਸਕਾਰਡ ਮੈਡੀਸਿਨ ਐਂਡ ਸਾਈਟੋਟੌਕਸਿਕ ਡਰੱਗਸ। ਇਹਦੇ ਵਿੱਚ ਜਿਹੜੀਆਂ ਬੇਕਾਰ ਹੋ ਜਾਂਦੀਆਂ ਦਵਾਈਆਂ, ਠੀਕ ਹੈ, ਜਿਨ੍ਹਾਂ ਦੀ ਐਕਸਪਾਇਰੀ ਲੰਘ ਜਾਂਦੀ ਹੈ, ਜਿਵੇਂ ਤੁਹਾਨੂੰ ਪਿੱਛੇ ਦੱਸਿਆ ਸੀ, ਜਾਂ ਮਤਲਬ ਕਿ ਰੱਦ ਹੋਈਆਂ ਹੋ ਜਾਂਦੀਆਂ, ਮੰਨ ਲਓ ਕੋਈ ਪ੍ਰੈਫਰ ਹੀ ਨਹੀਂ ਕੀਤੀ, ਡਾਕਟਰ ਨੇ ਉਹਨੂੰ ਕਿਹਾ ਵੀ ਨਹੀਂ ਇਹ ਨਹੀਂ ਚਾਹੀਦੀ, ਉਹ ਵਾਲੀ ਮੈਡੀਸਿਨ ਜਿਹੜੀ ਆ, ਉਹ ਵਾਲੀ ਵੇਸਟ ਜਿਹੜੀ ਆ ਆਪਾਂ ਕੈਟਾਗਰੀ ਨੰਬਰ 5 ਦੇ ਵਿੱਚ ਰੱਖਾਂਗੇ। ਕੈਟਾਗਰੀ ਨੰਬਰ 6 ਦੇ ਵਿੱਚ ਸੋਲਿਡ ਵੇਸਟ ਕੰਟੇਨਡ ਵਿਦ ਬਲੱਡ ਐਂਡ ਬੋਡੀ ਫਲੂਇਡ। ਇਹਦੇ ਵਿੱਚ ਬੱਚੇ ਜਿਹੜਾ ਖੂਨ ਦੇ ਨਾਲ, ਕਿਵੇਂ ਜਿੱਦਾਂ ਕਿਸੇ ਦੀਆਂ ਪੱਟੀਆਂ ਹੋ ਗਈਆਂ, ਪਲਾਸਟਰ ਹੋ ਗਿਆ, ਜਾਂ ਕੱਪੜੇ ਹੋ ਗਏ, ਬਿਸਤਰੇ ਹੋ ਗਏ ਖੂਨ ਨਾਲ ਲਿਬੜੇ, ਉਹ ਸਾਰੇ ਆਪਾਂ ਕੈਟਾਗਰੀ ਨੰਬਰ 6 ਦੇ ਵਿੱਚ ਰੱਖਦੇ ਹਾਂ। ਕੈਟਾਗਰੀ ਨੰਬਰ 7 ਦੇ ਵਿੱਚ ਸੋਲਿਡ ਵੇਸਟ ਜਨਰੇਟ ਫਰੋਮ ਡਿਸਪੋਜ਼ੇਬਲ ਆਈਟਮਸ। ਜਿਹੜੀਆਂ ਇਹਦੇ ਵਿੱਚ ਠੋਸ ਰਹਿੰਦ ਖੂੰਹਦ ਆ ਜਾਂਦੀ ਹੈਗੀ ਆ, ਜਿਵੇਂ ਟਿਊਬਾਂ ਹੋ ਗਈਆਂ, ਨਿਕਾਸ ਨਾਲੀਆਂ ਹੋ ਗਈਆਂ, ਕਿਸੇ ਨੂੰ ਯੂਰਨਰੀ ਪਾਈਪ ਪਈ ਆ, ਕਿਸੇ ਨੂੰ ਜਿਹੜੀ IV ਜਿਹਦੇ ਨਾਲ ਇੰਜੈਕਸ਼ਨ ਗਲੂਕੋਜ਼ ਜਾਂਦੇ ਆ, ਉਹ ਵਾਲੀ ਜਿਹੜੀ ਵੇਸਟ ਆ ਉਹ ਕੈਟਾਗਰੀ ਨੰਬਰ 7 'ਚ ਆਉਂਦੀ ਆ। ਕੈਟਾਗਰੀ ਨੰਬਰ 8 ਦੇ ਵਿੱਚ ਆਉਂਦੀ ਲਿਕੁਇਡ ਵੇਸਟ। ਲਿਕੁਇਡ ਹੁੰਦਾ ਜਿਹੜੇ ਤਰਲ ਪਾਣੀ ਵਾਂਗੂ ਰਹਿੰਦ ਖੂੰਦ ਹੋ ਜਾਂਦੀ ਆ, ਜਾਂ ਮੰਨ ਲਓ ਕੋਈ ਸਫਾਈ ਕਰਨ ਲੱਗਿਆ ਹੋਸਪਿਟਲ ਦੇ ਵਿੱਚ, ਜਿੱਦਾਂ ਉੱਥੇ ਵੀ ਲਾਇਜ਼ੋਲ, ਡਟੋਲ ਜਿੱਦਾਂ ਅਸੀਂ ਆਪਣੇ ਘਰਾਂ 'ਚ ਯੂਜ਼ ਕਰਦੇ ਹਾਂ, ਉੱਥੇ ਵੀ ਫਰਨੈਲ ਵਗੈਰਾ ਜਿਹੜੀ ਯੂਜ਼ ਹੁੰਦੀ ਆ, ਉਹ ਜਿਹੜੀ ਵੇਸਟ ਹੋਏਗੀ ਉਹਨਾਂ ਦੌਰਾਨ ਪੈਦਾ ਹੋਏਗੀ ਇਹਨਾਂ ਲਿਕੁਇਡ ਚੀਜ਼ਾਂ ਦੀ, ਉਹਨੂੰ ਆਪਾਂ ਕੈਟਾਗਰੀ ਨੰਬਰ 8 'ਚ ਰੱਖਦੇ ਹਾਂ। ਕੈਟਾਗਰੀ ਨੰਬਰ 9 ਇਨਕ੍ਰੇਸ਼ਨ ਐਸ਼। ਇਹਦੇ ਵਿੱਚ ਜਿਹੜਾ ਆ ਜਾਂਦਾ ਭਸਮੀਕਰਨ ਸਵਾਹ, ਠੀਕ ਆ। ਮਤਲਬ ਕਿ ਕੋਈ ਜੀਵ ਰਹਿੰਦ ਖੂਨ ਤੋਂ ਜੋ ਉਪਜੀ ਹੋਈ ਸਵਾਹ ਹੋਏਗੀ, ਠੀਕ ਆ। ਮੰਨ ਲਓ ਕੋਈ ਬੋਡੀ ਪਾਰਟਸ ਜਿਹੜੇ, ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਹੋਇਆ ਸੀ ਕਿ ਵੇਸਟ ਜਿਹੜੇ ਹੁੰਦੇ ਆ ਬੋਡੀ ਪਾਰਟਸ ਦੇ, ਠੀਕ ਆ, ਉਹਨਾਂ ਨੂੰ ਕਿੱਦਾਂ ਐਕਸਪਾਇਰ ਕਰਦੇ ਆ, ਸਾੜ ਕੇ। ਪੱਟੀਆਂ ਨੂੰ ਮੰਨ ਲਓ ਉਹਨਾਂ ਨੇ ਸਾੜ ਕੇ ਸਵਾਹ ਕੀਤਾ, ਠੀਕ ਆ, ਇੱਕ ਮੈਥਡ। ਉਹ ਜਿਹੜੀ ਹੁੰਦੀ ਆ ਵੇਸਟ, ਉਹਨੂੰ ਉਹਨਾਂ ਨੇ ਕੈਟਾਗਰੀ ਨੰਬਰ 9 'ਚ ਰੱਖਤਾ ਵਾ। ਕੈਟਾਗਰੀ ਨੰਬਰ 10 ਵਿੱਚ ਕੈਮੀਕਲ ਵੇਸਟ ਆ ਜਾਂਦੀ ਆ। ਕੈਮੀਕਲ ਦੇ ਵਿੱਚ ਜਿਹੜੇ ਬਾਇਓਲੋਜੀਕਲ ਹੋ ਗਏ, ਰਸਾਇਣਿਕ ਵਸਤਾਂ ਹੋ ਗਈਆਂ, ਠੀਕ ਆ, ਕੋਈ ਵਰਤਿਆ ਕੋਈ ਇਨਫੈਕਸ਼ਨ ਨੂੰ ਜਦੋਂ ਮੰਨ ਲਓ ਕਿ ਮੁਕਤ ਕਰਨ ਵਾਸਤੇ ਐਂਟੀਸੈਪਟਿਕ, ਇਹ ਵਾਲੀਆਂ ਚੀਜ਼ਾਂ, ਇਹ ਵਾਲੀਆਂ ਸਾਰੀਆਂ ਜਿਹੜੀਆਂ ਕੈਟਾਗਰੀ ਨੰਬਰ 10 'ਚ ਰੱਖਦੇ ਨੇ। ਇਹ ਸੀ ਬੱਚੇ ਇਹਨਾਂ ਦੀਆਂ ਕੈਟਾਗਰੀਜ਼ ਜਿਹੜੀਆਂ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਹੈਂਡਲਿੰਗ ਰੂਲਸ ਨੇ ਦਿੱਤੀਆਂ ਸੀ। 10 ਕੈਟਾਗਰੀ ਸੀ, ਉਹਨਾਂ 10 ਦੇ ਵਿੱਚ ਡਿਫਰੈਂਟ ਜਿਹੜੀ ਵੇਸਟੇਜ ਜਿੱਥੋਂ ਜਨਰੇਟ ਹੁੰਦੀ ਆ, ਉਹਨਾਂ ਨੇ ਉਹਨਾਂ ਨੂੰ ਕੈਟਾਗਰੀ 'ਚ ਵੰਡ ਦਿੱਤਾ। ਸੋ ਨੈਕਸਟ ਬੱਚੇ ਆ ਜਾਂਦਾ ਸੈਰੀਗੇਸ਼ਨ ਆਫ ਬਾਇਓਮੈਡੀਕਲ ਵੇਸਟ ਇਨ ਕਲਰ ਕੋਡ ਬੈਗਸ। ਮਤਲਬ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਐਕਸਪਲੇਨ ਕੀਤਾ ਵੀ ਇਹ ਨਹੀਂ ਵੀ ਸਰਿੰਜ ਵੀ ਇੱਕ ਡਸਟਬਿਨ 'ਚ ਪਾਤੀ, ਪੱਟੀਆਂ ਵੀ ਇੱਕ 'ਚ ਪਾਤੀਆਂ, ਜੋ ਹੋਰ ਕਾਗਜ਼ ਸੀ ਉਹ ਵੀ ਪਾਤੇ, ਜੇ ਨਹੀਂ ਖਾਣਾ ਖਾਧਾ ਤੇ ਖਾਣਾ ਵੀ ਇੱਕ ਡਸਟਬਿਨ 'ਚ ਪਾਤਾ। ਇਵੇਂ ਬਿਲਕੁਲ ਨਹੀਂ ਹੁੰਦਾ। ਤੁਸੀਂ ਦੇਖਿਆ ਹੋਏਗਾ ਕਿ ਹੌਸਪੀਟਲ 'ਚ, ਕਿਸੇ ਵੀ ਹੌਸਪੀਟਲ 'ਚ ਚਲ ਜਾਓ, ਉੱਥੇ ਤੁਹਾਨੂੰ ਥਾਂ 'ਤੇ 4 ਤਰ੍ਹਾਂ ਦੇ ਹੀ ਬੈਗ ਨਜ਼ਰ ਆਉਣਗੇ, ਜਾਂ 4 ਤਰ੍ਹਾਂ ਦੇ ਹੀ ਡਸਟਬਿਨ ਨਜ਼ਰ ਆਉਣਗੇ, ਬਲੂ, ਰੈੱਡ, ਬਲੈਕ ਐਂਡ ਯੈਲੋ। ਅਤੇ ਉਹਨਾਂ ਜਿੱਥੇ ਕਿਤੇ ਡਸਟਬਿਨ ਹੋਣਗੇ, ਉੱਪਰ ਜ਼ਰੂਰ ਉਹਨਾਂ ਨੇ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦਾ ਚਾਰਟ ਵੀ ਲਗਾਇਆ ਹੋਏਗਾ, ਕਿਉਂਕਿ ਹਰ ਇੱਕ ਪਰਸਨ ਨੂੰ ਨਹੀਂ ਪਤਾ ਹੈਗਾ ਕਿ ਕਿਹੜੇ ਡਸਟਬਿਨ ਦੇ ਵਿੱਚ ਕੀ ਪੈਣਾ ਵਾ। ਉਹ ਪੜ੍ਹ ਕੇ ਜ਼ਰੂਰ ਉਹਨੂੰ ਫੋਲੋ ਕਰਨਗੇ ਵੀ ਹਾਂਜੀ ਇਹ ਬਲੂ ਡਸਟਬਿਨ ਦੇ ਉੱਪਰ ਆਹ ਲਿਖਿਆ ਅਤੇ ਇਹਦੇ ਵਿੱਚ ਇਹੀ ਚੀਜ਼ ਪੈਣੀ ਆ। ਔਰ ਇਹ ਹੁੰਦਾ ਵੀ ਆ। ਜਿਹੜੇ ਪੇਸ਼ੈਂਟਸ ਹੌਸਪੀਟਲ ਦੇ ਵਿੱਚ ਆਉਂਦੇ ਨੇ, ਜਿਹੜੇ ਰਿਲੇਟਿਵਸ ਉਹਨਾਂ ਦੇ ਨਾਲ ਕੇਅਰ ਟੇਕਰ ਆਉਂਦੇ ਨੇ, ਉਹ ਬੜੀ ਅੱਛੀ ਤਰ੍ਹਾਂ ਸਮਝ ਜਾਂਦੇ ਨੇ, ਜਾਂ ਉੱਥੋਂ ਦਾ ਉਹਨਾਂ ਨੂੰ ਹੌਸਪੀਟਲ ਵਾਲਾ ਸਟਾਫ, ਨਰਸਿੰਗ ਸਟਾਫ ਉਹਨਾਂ ਨੂੰ ਦੱਸ ਦਿੰਦਾ ਕਿ ਤੁਸੀਂ ਇਹ ਵਾਲਾ ਮਟੀਰੀਅਲ ਇਹ ਡਸਟਬਿਨ 'ਚ ਪਾਉਣਾ, ਅਤੇ ਉਹ ਬੜਾ ਅੱਛੀ ਤਰ੍ਹਾਂ ਉਹਨਾਂ ਨੂੰ ਫੋਲੋ ਕਰਦੇ ਆ। ਸੋ ਆਪਾਂ 9th 'ਚ ਵੀ ਪੜ੍ਹਿਆ ਸੀ ਵੀ 4 ਕਲਰ ਕੋਡ ਦੇ ਡਸਟਬਿਨ ਹੁੰਦੇ ਆ, ਜਾਂ ਸਾਡਾ ਪ੍ਰੋਸੀਜਰ ਵੀ ਹੈਗਾ ਵਾ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਨੂੰ ਲੈ ਕੇ, ਉਹਦੇ ਵਿੱਚ ਹੀ ਆਪਾਂ ਇਹ 4 ਡਸਟਬਿਨ ਬਾਰੇ ਗੱਲ ਕਰਦੇ ਹਾਂ। ਸੋ ਤੁਹਾਨੂੰ ਇੱਕ ਵਾਰ ਮੈਂ ਦੁਬਾਰਾ ਦੱਸਦੀ ਹਾਂ। ਬਲੂ ਡਸਟਬਿਨ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਬੱਚੇ ਵੇਖੋ ਲਿਖਿਆ ਹੋਇਆ ਉੱਪਰ, ਵਾਇਲਸ ਪੈਂਦੀਆਂ ਵਾ, ਬਰੋਕਨ ਗਲਾਸ ਹੁੰਦਾ ਵਾ, ਨੀਡਲਸ ਹੁੰਦੀਆਂ ਵਾ, ਸਰਜੀਕਲ ਬਲੇਡ ਹੋ ਗਏ, ਠੀਕ ਆ। ਹੋਰ ਵੀ ਇਹਦੇ ਵਿੱਚ ਮਤਲਬ ਕਿ ਕੱਚ ਦੇ ਨਾਲ ਰਿਲੇਟਡ ਜਿਹੜਾ ਸ਼ਾਰਪ
ਸ਼ਾਰਪ ਵੇਸਟ ਆਪਾਂ ਸਿਰਫ ਤੇ ਸਿਰਫ ਕਿਹਦੇ ਵਿੱਚ ਪਾਉਣੀ ਆ, ਬਲੂ ਡਸਟਬਿਨ ਦੇ ਵਿੱਚ। ਨੈਕਸਟ ਹੈਗਾ ਰੈੱਡ ਦੇ ਵਿੱਚ ਸੰਕਸ਼ਨ ਹੋ ਗਿਆ, ਯੂਰਨਰੀ ਕੈਥੇਟਰ ਹੋ ਗਿਆ, ਰਾਇਲ ਟਿਊਬ ਹੋ ਗਈਆਂ, ਆਈਵੀ ਸੈੱਟ ਹੋ ਗਏ, ਗਲੂਕੋਜ਼ ਬੋਟਲਸ ਹੋ ਗਈਆਂ, ਜੋ ਪਲਾਸਟਿਕ ਵਾਲਾ ਸਮਾਨ ਆ, ਜੋ ਟਿਊਬਸ ਹੋ ਗਈਆਂ ਸਾਡੀਆਂ ਪਲਾਸਟਿਕ ਵਾਲਾ, ਕੋਈ ਵੀ ਪਲਾਸਟਿਕ ਵਾਲਾ ਜਿਹੜੀ ਸਮਾਨ ਉਹ ਆਪਾਂ ਰੈੱਡ ਦੇ ਵਿੱਚ ਪਾਉਣਾ ਵਾ। ਇਹਨਾਂ ਨੂੰ ਮਤਲਬ ਜਿਹੜੀ ਵੇਸਟ ਹੈਗੀ ਉਹਨਾਂ ਨੂੰ ਇਕੱਠੇ ਨਹੀਂ ਕਰਨਾ ਹੈਗਾ, ਇਹ ਵੱਖਰੇ ਵੱਖਰੇ ਡਸਟਬਿਨ ਇਸੇ ਕਰਕੇ ਕਲਰ ਕੋਡਿੰਗ ਦਿੱਤੀ ਹੋਈ ਹੈ ਕਿ ਵੱਖਰੇ ਵੱਖਰਾ ਹੀ ਸੈਪਰੇਟ ਹੀ ਰਵੇ। ਅੱਗੇ ਬਲੈਕ ਦੇ ਵਿੱਚ ਬੱਚੇ ਆ ਜਾਂਦਾ ਔਰਡੇਟਡ ਕੰਟਾਮੀਨੇਟਡ ਡਿਸਕਾਰਡ ਮੈਡੀਸਿਨ, ਵੇਸਟ ਪੇਪਰ, ਫਰੂਟਸ, ਵੈਜੀਟੇਬਲਸ, ਜਾਂ ਮਤਲਬ ਕਿ ਜੋ ਐਕਸਪਾਇਰੀ ਮੈਡੀਸਿਨ ਹੋ ਗਿਆ, ਜਾਂ ਜਿਹੜੀਆਂ ਨਹੀਂ ਚਾਹੀਦੀਆਂ, ਜਾਂ ਜਿਹੜੀਆਂ ਰੱਦ ਹੋ ਗਈਆਂ ਮੈਡੀਸਿਨ, ਜਾਂ ਜਿਹੜੇ ਪੇਸ਼ੈਂਟ ਕੋ ਮੰਨ ਲਓ ਕੋਈ ਫਰੂਟਸ ਗਲ ਸੜ ਗਿਆ ਜਾਂ ਖ਼ਰਾਬ ਹੋ ਗਿਆ ਹਨ, ਜਾਂ ਉਹਦੇ ਛਿਲਕੇ ਹੋ ਗਏ, ਜਾਂ ਵੈਜੀਟੇਬਲਸ ਹੋ ਗਈਆਂ ਨਹੀਂ ਖਾਧੀ, ਉਹ ਸਾਰਾ ਆਪਾਂ ਕੱਚ 'ਚ ਪਾਵਾਂਗੇ ਬਲੈਕ ਡਸਟਬਿਨ ਦੇ ਵਿੱਚ। ਨੈਕਸਟ ਜੈਲੋ ਡਸਟਬਿਨ ਆ ਜਾਂਦਾ ਬੱਚੇ, ਇਹਦੇ ਵਿੱਚ ਕਾਟਨ ਡਰੈਸਿੰਗ, ਬੋਡੀ ਪਾਰਟਸ ਆ ਗਈਆਂ, ਪੀਓਪੀ ਹੋ ਗਈ, ਹਿਊਮਨ ਅਨਾਟਮੀਕਲ ਮਾਈਕਰੋਬਾਇਓਲੋਜੀਕਲ ਵੇਸਟ, ਮਤਲਬ ਕਿ ਜੈਲੋ ਦੇ ਵਿੱਚ ਸਾਰਾ ਡਰੈਸਿੰਗਸ ਦੇ ਨਾਲ ਰਿਲੇਟਡ ਆ ਜਾਏਗਾ। ਬੋਡੀ ਪਾਰਟਸ ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮੰਨ ਲਓ ਕਿਸੇ ਦਾ ਪਿੱਤਾ ਐਕਸਪਾਇਰ ਕੀਤਾ ਤਾਂ ਉਹਨੂੰ ਜਾਂ ਤਾਂ ਉਹਨੂੰ ਕਿਸੇ ਸਰਚ ਵਾਸਤੇ ਅੱਗੇ ਭੇਜ ਦਿੰਦਾ ਕਿਸੇ ਸੈਂਟਰ 'ਚ, ਜੇ ਨਹੀਂ ਭੇਜਿਆ ਤਾਂ ਉਹਨਾਂ ਨੇ ਉਹਨੂੰ ਕਿਹੜੇ ਡਸਟਬਿਨ 'ਚ ਪਾਉਣਗੇ, ਜੈਲੋ ਡਸਟਬਿਨ ਦੇ ਵਿੱਚ ਪਾਉਣਗੇ। ਔਰ ਇਹ ਚਾਰੇ ਹੀ ਕਲਰ ਕੋਡਿੰਗ ਹਰ ਇੱਕ ਹੋਸਪਿਟਲ 'ਚ ਚੱਲੀ, ਇਹ ਨਹੀਂ ਆਏਗਾ ਵੀ ਮਤਲਬ ਫੋਰਟਿਸ ਹੋਸਪਿਟਲ ਉੱਥੇ ਕਲਰ ਕੋਡਿੰਗ ਅਲੱਗ ਹੋਏਗੀ, ਜੇ ਆਪਾਂ ਕਿਸੇ ਹੋਰ ਹੋਸਪਿਟਲ ਦੀ ਗੱਲ ਕਰਦੇ ਤਾਂ ਉੱਥੇ ਕਲਰ ਕੋਡਿੰਗ ਅਲੱਗ ਹੋਏਗੀ, ਸਾਰੇ ਹੋਸਪਿਟਲਸ ਸੇਮ ਰਹਿੰਦਾ ਵਾ। ਸੋ ਨੈਕਸਟ ਬੱਚਾ ਹੈਗਾ ਇੰਪੋਰਟੈਂਸ ਆਫ ਬਾਇਓਮੈਡੀਕਲ ਵੇਸਟ। ਤੁਸੀਂ ਸੋਚ ਕੇ ਵੇਖੋ ਕਿ ਜੇ ਇਵੇਂ ਦਾ ਨਾ ਹੋਵੇ, ਕੋਈ ਮੈਨੇਜਮੈਂਟ ਨਾ ਹੋਵੇ, ਨਾ ਉੱਥੇ ਕੋਈ ਇਵੇਂ ਦੇ ਡਸਟਬਿਨ ਹੋਣ, ਤੇ ਤੁਸੀਂ ਹੌਸਪੀਟਲ 'ਚੋਂ ਠੀਕ ਹੋ ਕੇ ਆਓਗੇ ਵਾਪਸ ਕਿ ਨਹੀਂ ਆਓਗੇ? ਮੈਨੂੰ ਨਹੀਂ ਲੱਗਦਾ ਕਿ ਇੱਕ ਪੇਸ਼ੈਂਟ ਜਿਹੜਾ ਗਿਆ ਵਾ ਹੌਸਪੀਟਲ 'ਚ ਠੀਕ ਹੋਣ ਵਾਸਤੇ, ਜੇ ਉੱਥੇ ਦਾ ਇਵੇਂ ਮੈਨੇਜਮੈਂਟ ਨਹੀਂ ਹੈਗੀ, ਜਾਂ ਉੱਥੇ ਸਫਾਈ ਨਹੀਂ ਹੈਗੀ, ਤੇ ਜਾਂ ਜਿਹੜੇ ਪੇਸ਼ੈਂਟ ਦੇ ਨਾਲ ਰੈਲੇਟਿਵ ਗਏ ਆ ਉਹ ਵੀ ਇੰਨਾ ਬਿਮਾਰ ਹੋਣ। ਤੁਸੀਂ ਸੋਚ ਕੇ ਦੇਖੋ ਬੱਚੋ, ਜੇ ਤੁਸੀਂ ਮੰਨ ਲਓ ਤੁਹਾਨੂੰ ਕਿਸੇ ਗੰਦੇ ਜਿਹੇ ਹੌਸਪੀਟਲ 'ਚ ਭੇਜ ਦਿੱਤਾ ਜਾਏ ਜਿੱਥੇ ਬਿਲਕੁਲ ਸਫਾਈ ਨਾ ਹੋਏ, ਖਲਾਰਾ ਪਿਆ ਹੋਏ, ਬਸ ਡਰੈਸਿੰਗ ਗੰਦੀ ਇੱਧਰ ਉੱਧਰ ਖਿਲਰੀ ਹੋਏ, ਤੁਸੀਂ ਜਾਓਗੇ ਉੱਥੇ? ਕਦੇ ਨਹੀਂ ਜਾਓਗੇ। ਅਸੀਂ ਲੋਕ ਉਹੀ ਹੌਸਪੀਟਲ ਪ੍ਰੈਫਰ ਕਰਦੇ ਆ ਜਿਹੜਾ ਨੀਟ ਐਂਡ ਕਲੀਨ ਹੋਵੇ। ਤੇ ਇਸੇ ਕਰਕੇ ਉਹਨਾਂ ਨੇ ਬਾਇਓਮੈਡੀਕਲ ਵੇਸਟ ਦੀ ਇੰਪੋਰਟੈਂਸ ਦੱਸੀ ਆ ਵੀ ਕਿਉਂ ਜ਼ਰੂਰੀ ਆ। ਇਟ ਹੈਲਪ ਟੂ ਪ੍ਰੀਵੈਂਟ ਨੋਜ਼ੋਕੋਮੀਨਲ ਇਨਫੈਕਸ਼ਨ। ਠੀਕ ਆ, ਇਹਦੇ ਨਾਲ ਹੈਲਪ ਦੇ ਨਾਲ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ ਨੋਜ਼ੋਕੋਮੀਨਲ ਇਨਫੈਕਸ਼ਨ। ਨੋਜ਼ੋਕੋਮੀਨਲ ਇਨਫੈਕਸ਼ਨ ਕੀ ਹੁੰਦੀ ਹੈ? ਜਿਹੜੀ ਸਾਨੂੰ ਹੌਸਪੀਟਲ ਦੇ ਵਿੱਚੋਂ ਹੋ ਜਾਂਦੀ ਹੈ। ਜੇ ਮੰਨ ਲਓ ਕੋਈ ਪੇਸ਼ੈਂਟ ਆਇਆ ਜਾਂ ਉਹ ਰੈਲੇਟਿਵਸ ਉਹਦੇ ਨਾਲ ਨੇ ਇੱਕ ਦੋ, ਤਾਂ ਉਹਨਾਂ ਨੂੰ ਪੇਸ਼ੈਂਟ ਹੌਸਪੀਟਲ ਦੇ ਆਉਣ 'ਤੇ 72 ਘੰਟਿਆਂ ਦੇ ਵਿੱਚ ਉੱਥੋਂ ਕੋਈ ਇਨਫੈਕਸ਼ਨ ਉਹਨਾਂ ਨੇ ਕੈਰੀ ਕਰ ਲਈ। ਮੰਨ ਲਓ ਉਹਨਾਂ ਨੂੰ ਆਣ ਕੇ ਘਰੋਂ ਠੀਕ ਠਾਕ ਆਏ ਸੀ ਪੇਸ਼ੈਂਟ ਦੇ ਰਿਲੇਟਿਵ, ਅਤੇ ਉਹ ਉੱਥੇ ਆਣ ਕੇ ਉਹਨਾਂ ਨੂੰ ਫੀਵਰ ਹੋ ਗਿਆ, ਬੁਖਾਰ ਹੋ ਗਿਆ, ਇਟ ਮੀਨਸ ਕਿ ਉਹਨਾਂ ਨੂੰ ਕੋਈ ਨਾ ਕੋਈ ਇਨਫੈਕਸ਼ਨ ਉਹਨਾਂ ਨੇ ਕੈਰੀ ਕਰ ਲਿਆ, ਉਹ ਹੁੰਦੀ ਆ ਨੋਜ਼ੋਕੋਮੀਨਲ ਇਨਫੈਕਸ਼ਨ। ਅਤੇ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦੀ ਹੈਲਪ ਨਾਲ ਆਪਾਂ ਇਹਨੂੰ ਰੋਕ ਸਕਦੇ ਹਾਂ। ਸੈਕੰਡ ਹੈਗਾ ਮਿਨੀਮਾਈਜ਼ ਦਾ ਰਿਸਕ ਆਫ ਏਅਰ, ਵਾਟਰ ਐਂਡ ਸੋਇਲ ਪੋਲਿਊਸ਼ਨ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਜੇ ਆਪਾਂ ਹੌਸਪੀਟਲ 'ਚ ਸਫਾਈ ਨਹੀਂ ਰੱਖਾਂਗੇ ਤਾਂ ਦੇਖੋ ਗੰਦਗੀ ਦੇ ਵਿੱਚ ਆਪਾਂ ਨੂੰ ਵੀ ਨਹੀਂ ਚੰਗਾ ਲੱਗੇਗਾ, ਉਹ ਕਿੰਨੇ ਲੋਕਾਂ ਨੂੰ ਇਫੈਕਟ ਕਰੇਗਾ। ਠੀਕ ਆ, ਜੋ ਉੱਥੇ ਸਟਾਫ ਕੰਮ ਕਰਦਾ ਪਿਆ ਵਾ, ਨਰਸਿਸ, ਡਾਕਟਰ, ਉਹਨਾਂ ਨੂੰ ਵੀ ਇਫੈਕਟ ਕਰੇਗਾ। ਹੋਰ ਉਹਦਾ ਇਨਵਾਇਰਮੈਂਟ ਹੀ ਜੇ ਗੰਦਾ ਹੋਏਗਾ ਤਾਂ ਆਪਾਂ ਉੱਥੇ ਕਿੱਦਾਂ ਉੱਥੇ ਆਪਣੀ ਜਿਹੜੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਉੱਥੋਂ ਸੇਵ ਕਰ ਸਕਾਂਗੇ? ਉਹਦੇ ਨਾਲ ਏਅਰ ਵੀ ਪੋਲਿਊਟ ਹੋਏਗੀ, ਵਾਟਰ ਵੀ ਹੋਏਗਾ, ਠੀਕ ਆ, ਸੋਇਲ ਪੋਲਿਊਸ਼ਨ ਵੀ ਕ੍ਰੀਏਟ ਹੋਏਗੀ। ਅਤੇ ਬਾਇਓਮੈਡੀਕਲ ਦੀ ਵੇਸਟ ਮੈਨੇਜਮੈਂਟ ਦੀ ਹੈਲਪ ਨਾਲ ਆਪਾਂ ਇਹਨਾਂ ਸਾਰਿਆਂ ਨੂੰ ਘੱਟ ਕਰ ਸਕਦੇ ਹਾਂ। ਕੰਟਰੋਲ ਮਿਸ ਯੂਟੀਲਾਈਜੇਸ਼ਨ ਆਫ ਲੈਫਟ ਓਵਰ ਡਰੱਗਸ। ਠੀਕ ਆ, ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਮੰਨ ਲਓ ਜਿਹੜੀਆਂ ਬਚ ਗਈਆਂ ਮੈਡੀਸਿਨਸ ਜਾਂ ਜਿਹੜੀਆਂ ਐਕਸਪਾਇਰ ਹੋ ਗਈਆਂ, ਅਤੇ ਜੇ ਆਪਾਂ ਉਹਨਾਂ ਨੂੰ ਐਵੇਂ ਹੀ ਕਿਤੇ ਬਾਹਰ ਸੁੱਟ ਦਿੰਦੇ ਹਾਂ, ਮੰਨ ਲਓ ਕਿਸੇ ਹੌਸਪੀਟਲ 'ਚ ਇੰਨੀ ਮੈਡੀਸਿਨ ਹੈਗੀ ਆ, ਉਹਨੇ ਇੱਦਾਂ ਹੀ ਕਿਸੇ ਨੂੰ ਸੁੱਟਤਾ, ਅਤੇ ਕਿਸੇ ਨੇ ਵਿਅਕਤੀ ਨੇ ਉਹਨੂੰ ਯੂਜ਼ ਕਰ ਲਿਆ, ਮਿਸਯੂਜ਼ ਕਰ ਲਿਆ, ਜਾਂ ਉਹਦੇ ਲਈ ਤਾਂ ਸਾਈਡ ਇਫੈਕਟ ਹੋ ਗਿਆ ਨਾ, ਉਹਦੇ ਲਈ ਤਾਂ ਨੁਕਸਾਨ ਹੋ ਗਿਆ। ਮੰਨ ਲਓ ਕਿਸੇ ਐਨੀਮਲ ਨੇ ਉਹਨੂੰ ਸੜਕ ਦੇ ਕਿਨਾਰੇ ਆਪਾਂ ਰੱਖ ਦਿੰਦੇ ਹਾਂ, ਕੋਈ ਐਨੀਮਲ ਆਉਂਦੇ ਜਾਂਦੇ ਉਹਨੂੰ ਮਤਲਬ ਕਿ ਖਾ ਲੈਂਦੇ ਆ, ਜਾਂ ਉਹ ਨਹੀਂ ਵੀ ਖਾਂਦੇ, ਕਿਉਂਕਿ ਕੁਛ ਵੀ ਹੋ ਸਕਦਾ, ਕੋਈ ਵੀ ਉਹਦਾ ਮਿਸਯੂਜ਼ ਕਰ ਸਕਦਾ, ਉਹ ਆਪਾਂ ਇਹਦੀ ਹੈਲਪ ਨਾਲ ਘੱਟ ਕਰ ਸਕਦੇ ਹਾਂ। ਕੰਟਰੋਲ ਦਾ ਰਿਸਕ ਆਫ ਇਨਫੈਕਸ਼ਨ ਆਊਟਸਾਈਡ ਦਾ ਹੌਸਪੀਟਲ ਫॉर ਵੇਸਟ ਹੈਂਡਲਰ ਐਂਡ ਅਦਰ ਪੀਪਲ। ਜਿਹੜੇ ਮਤਲਬ ਕਿ ਕਲੈਕਟ ਕਰਦੇ ਨੇ ਆਊਟਸਾਈਡ ਦੇ ਹੌਸਪੀਟਲ ਦੇ ਜਿਹੜੇ ਹੁੰਦੇ ਆ ਪੀਪਲ, ਉਹਨਾਂ ਦੇ ਜਿਹੜੇ ਇਨਫੈਕਸ਼ਨ ਦਾ ਰਿਸਕ ਉਹ ਵੀ ਆਪਾਂ ਘੱਟ ਕਰ ਸਕਦੇ ਹਾਂ। ਸੋ ਨੈਕਸਟ ਬੱਚਿਓ ਹੈਗਾ ਸੋਰਸ ਆਫ ਬਾਇਓਮੈਡੀਕਲ ਵੇਸਟ, ਵੀ ਕਿਹੜੇ ਜਗ੍ਹਾ ਹੈਗੀਆਂ ਜਿੱਥੋਂ ਕ੍ਰੀਏਟ ਹੁੰਦੀ ਆ ਬਾਇਓਮੈਡੀਕਲ ਵੇਸਟ। ਸਭ ਤੋਂ ਪਹਿਲਾਂ ਹੈਗੇ ਆ ਇਹ 'ਚ ਦੋ ਉਹਨਾਂ ਕੈਟਾਗਰੀ ਦਿੱਤੀਆਂ ਵਾ, ਮੇਜਰ ਹੌਸਪੀਟਲ ਅਤੇ ਮਾਈਨਰ ਹੌਸਪੀਟਲ।
ਮੇਜਰ ਦੇ ਵਿੱਚ ਉਹਨਾਂ ਨੇ ਬੱਚੇ ਦਿੱਤਾ ਮੇਜਰ ਸੋਰਸ ਦਿੱਤੇ ਆ ਤੇ ਮਾਈਨਰ ਸੋਰਸ ਦਿੱਤੇ ਆ। ਮੇਜਰ ਦੇ ਵਿੱਚ ਉਹਨਾਂ ਬੱਚੇ ਦਿੱਤਾ ਹੌਸਪੀਟਲਸ ਹੋ ਗਏ, ਜਿਵੇਂ ਤੁਹਾਨੂੰ ਪਤਾ ਹੀ ਆ ਹਰ ਇੱਕ ਹੌਸਪੀਟਲ ਦੇ ਵਿੱਚ ਇਲਾਜ ਹੁੰਦਾ ਪੇਸ਼ੈਂਟ ਦਾ, ਟੈਸਟ ਹੁੰਦੇ ਨੇ, ਫਿਰ ਸਰਚ ਹੁੰਦੇ ਨੇ, ਠੀਕ ਆ, ਉੱਥੋਂ ਵੇਸਟ ਕ੍ਰੀਏਟ ਹੁੰਦੀ ਆ। ਲੈਬਸ ਹੋ ਗਈਆਂ, ਰਿਸਰਚ ਸੈਂਟਰ ਹੋ ਗਏ, ਐਨੀਮਲਸ ਰਿਸਰਚ ਸੈਂਟਰ ਹੋ ਗਏ, ਬਲੱਡ ਬੈਂਕ ਹੋ ਗਏ, ਠੀਕ ਆ, ਨਰਸਿੰਗ ਹੋਮਸ ਹੋ ਗਿਆ, ਮੋਰਚਰੀਜ਼ ਹੋ ਗਿਆ, ਮੋਰਚਰੀਜ਼ ਜਿੱਥੇ ਆਪਾਂ ਡੈਡ ਬੋਡੀਜ਼ ਰੱਖਦੇ ਹਾਂ, ਠੀਕ ਆ, ਉੱਥੋਂ ਵੀ ਵੇਸਟ ਜਨਰੇਟ ਹੋ ਸਕਦੀ ਆ। ਆਟੋਪੈਸੀ ਸੈਂਟਰ ਹੋ ਗਏ, ਠੀਕ ਆ। ਇਹਨਾਂ ਸਾਰੀਆਂ ਜਗ੍ਹਾ ਤੋਂ ਇਹ ਮੇਜਰ ਸੋਰਸ ਆ ਜਾਂਦੇ ਆ ਜਿੱਥੋਂ ਵੇਸਟੇਜ ਜਨਰੇਟ ਹੁੰਦੀ ਆ। ਨੈਕਸਟ ਆ ਗਿਆ ਮਾਈਨਰ ਦੇ ਵਿੱਚ ਬੱਚੇ ਕਲੀਨਿਕਸ ਆ ਜਾਂਦੇ ਆ, ਜਿੱਦਾਂ ਆਮ ਪਿੰਡਾਂ ਦੇ ਵਿੱਚ ਪਿੰਡਾਂ ਵਿੱਚ ਜਿਹੜੇ ਛੋਟੇ ਕਲੀਨਿਕ ਖੋਲ੍ਹੇ ਹੋਏ ਆ, ਡਾਕਟਰ RMP ਜਿਹੜੇ ਡਾਕਟਰ ਹੁੰਦੇ ਆ ਉਹਨਾਂ ਨੇ ਆਪਣੇ ਕਲੀਨਿਕ, ਉਹ ਵੀ ਇੰਜੈਕਸ਼ਨ ਤੇ ਉਹ ਵੀ ਪੇਸ਼ੈਂਟ 'ਤੇ ਯੂਜ਼ ਕਰਦੇ ਨੇ, ਸੈਂਪਲ ਵੀ ਲੈਂਦੇ ਨੇ, ਕੋਈ ਕਾਟਨ ਮਤਲਬ ਕਿ ਈਵਨ ਕਿ ਕਿਸੇ ਦੀ ਡਰੈਸਿੰਗ ਵੀ ਕਰਦੇ ਆ, ਉੱਥੋਂ ਵੀ ਵੇਸਟ ਜਨਰੇਟ ਹੁੰਦੀ ਆ। ਡੈਂਟਲ ਕਲੀਨਿਕ ਆ ਜਾਂਦੇ ਆ ਦੰਦਾਂ ਵਾਲੇ, ਹੋਮ ਕੇਅਰ ਆ ਜਾਂਦੇ ਆ, ਕੋਸਮੈਟਿਕ ਕਲੀਨਿਕ, ਪੈਰਾਮੈਡਿਕ, ਫਨਰਲ ਸਰਵਿਸਿਸ ਜਿੱਥੇ ਸਾੜਿਆ ਜਾਂਦਾ ਵਾ, ਇੰਸਟੀਟਿਊਸ਼ਨ, ਮਤਲਬ ਕਿ ਇਹ ਸਾਰੇ ਹੈਗੇ ਆ ਮਾਈਨਰ ਜਿੱਥੋਂ ਵੇਸਟ ਜਨਰੇਟ ਹੁੰਦੀ ਆ। ਸੋ ਨੈਕਸਟ ਬੱਚੇ ਇਹਦੇ ਵਿੱਚ ਆਉਂਦੇ ਸਟੈਪ ਇਨ ਮੈਨੇਜਮੈਂਟ ਆਫ ਬਾਇਓਮੈਡੀਕਲ ਵੇਸਟ। ਸਟੈਪ ਵਿੱਚ ਸਭ ਤੋਂ ਪਹਿਲਾਂ ਸਰਵੇ ਆਫ ਜਨਰੇਟ ਵੇਸਟ, ਮਤਲਬ ਸਰਵੇ ਕਰਨਾ ਕਿੱਥੋਂ ਜਨਰੇਟ ਹੋਈ ਆ ਵੇਸਟ, ਫਿਰ ਸੈਰੀਗੇਸ਼ਨ ਅਤੇ ਉਹਨੂੰ ਕੈਟੇਗਰਾਈਜੇਸ਼ਨ ਕਰਨਾ ਵਾ, ਮਤਲਬ ਕਿ ਜਿੱਦਾਂ ਆਪਾਂ ਪਿਛਲੇ 10 ਕੈਟਾਗਰੀਜ਼ ਪੜ੍ਹੀਆਂ, ਹਰ ਇੱਕ ਕੈਟਾਗਰੀ ਵਿੱਚ ਵੱਖਰੀ ਵੇਸਟ ਜਿਹੜੀ ਆ ਉਹਨਾਂ ਨੇ ਐਡ ਕੀਤੀ ਹੋਈ ਆ। ਫਿਰ ਸਟੋਰੇਜ ਆਫ ਵੇਸਟ, ਕਿੱਦਾਂ ਸਟੋਰੇਜ ਕਰਨਾ, ਫਿਰ ਉਹਨੂੰ ਟਰਾਂਸਪੋਰਟ ਕਿੱਦਾਂ ਕਰਨਾ, ਅਤੇ ਉਹਦਾ ਟਰੀਟਮੈਂਟ ਕਿੱਦਾਂ ਕਰਨਾ। ਹਰ ਇੱਕ ਵੇਸਟ ਦਾ ਆਪਣਾ ਇੱਕ ਅਲੱਗ ਤਰੀਕਾ ਹੈਗਾ ਉਹਨੂੰ ਖ਼ਤਮ ਕਰਨ ਵਾਸਤੇ। ਅਤੇ ਫਿਰ ਆਪਾਂ ਫਸਟ ਸਟੈਪ 'ਤੇ ਚੱਲ ਜਾਣਾ ਵਾ, ਸਰਵੇ ਆਫ ਜਨਰੇਟ ਵੇਸਟ। ਨੈਕਸਟ ਆਪਾਂ ਬੱਚੇ ਇਹਦੇ ਵਿੱਚ ਪੜ੍ਹਾਂਗੇ ਮੈਥਡਸ ਆਫ ਟਰੀਟਮੈਂਟ ਐਂਡ ਡਿਸਪੋਜ਼ਲ ਆਫ ਹੌਸਪੀਟਲ ਵੇਸਟ। ਕਿੱਦਾਂ ਮੈਥਡ ਕਿਹੜੇ ਹੈਗੇ ਆ ਜਿਨ੍ਹਾਂ ਦੇ ਨਾਲ ਆਪਾਂ ਮਤਲਬ ਕਿ ਉਹਦਾ ਨਿਪਟਾਰਾ ਕਰਨਾ ਵਾ ਹੌਸਪੀਟਲ ਵੇਸਟ ਦਾ। ਸਭ ਤੋਂ ਪਹਿਲਾਂ ਸਿਵਿਕ ਅਥਾਰਟੀਜ਼ ਹੁੰਦੀਆਂ ਜਿਹੜੇ ਨਗਰ ਕੌਂਸਲ ਅਧਿਕਾਰੀ ਹੁੰਦੇ ਆ ਬੱਚੇ। ਵੇਸਟ ਕਲੈਕਟ ਇਨ ਬਲੈਕ ਡਸਟਬਿਨ ਆਰ ਡਿਪੋਜ਼ਿਟ ਐਟ ਦਾ ਮਿਊਨਿਸਪਲ ਐਂਡ ਡੰਪ ਏਰੀਆ। ਉਹ ਕੀ ਕਰਦੇ ਹੈਗੇ ਆ ਵੀ ਉਹਨਾਂ ਨੇ ਜਿਹੜੀ ਸਾਰੀ ਵੇਸਟ ਜਿਹੜੀ ਆ ਬਲੈਕ ਡਸਟਬਿਨ ਵਾਲੀ ਆਪਾਂ ਪੜ੍ਹਿਆ ਸੀ ਨਾ ਕੀ ਪੈਂਦਾ ਉਹਦੇ ਵਿੱਚ, ਉਹ ਸਾਰੀ ਵੇਸਟ ਇਕੱਠੀ ਕਰਨੀ ਆ। ਮੰਨ ਲਓ ਉਹ 'ਚ ਫਲਾਂ ਦੇ ਛਿਲਕੇ ਨੇ, ਭੋਜਨ ਦੇ ਬਚੇ ਹੋਏ ਅੰਸ਼ਾ, ਚਾਹ ਦੇ ਕੱਪ ਆ, ਗੱਤੇ ਦੇ ਡੱਬੇ ਆ, ਕਵਰ ਆ, ਜਾਂ ਪੇਪਰਾਂ ਨਾਲ ਭਰੀ ਹੋਈ ਆ, ਉਹ ਸਾਰੇ ਕਲੈਕਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਵਾ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਉਹਨਾਂ ਦੇ ਆਪਣੇ ਉਹ ਵਰਕਰ ਹੁੰਦੇ ਆ, ਉਹਨਾਂ ਨੂੰ ਇਕੱਠੇ ਕਰਕੇ ਇੱਕ ਵੈਨ ਵਿੱਚ ਪਾ ਕੇ ਅਤੇ ਸ਼ਹਿਰ ਤੋਂ ਦੂਰ ਇੱਕ ਡੰਪ ਏਰੀਆ ਉਹਨਾਂ ਨੇ ਰੱਖਿਆ ਹੁੰਦਾ ਵਾ, ਮਤਲਬ ਕਿ ਵੱਡਾ ਹਰਾ ਉੱਥੇ ਟੋਆ ਪੁੱਟਿਆ ਹੁੰਦਾ, ਉਹਦੇ ਵਿੱਚ ਉਹ ਸੁੱਟਦੇ ਨੇ ਕੂੜਾ ਉਹਦੇ ਵਿੱਚ ਸਾਰਾ ਜਾ ਕੇ। ਮਤਲਬ ਕਿ ਇਵੇਂ ਉਹਨਾਂ ਨੇ ਮਤਲਬ ਕਿ ਹੁਣ ਬਲੈਕ ਡਸਟਬਿਨ ਵਾਲੀ ਜਿਹੜੀ ਵੇਸਟ ਆ ਉਹ ਕਿਹਦੀ ਹੈਗੀ ਆ ਜ਼ਿੰਮੇਵਾਰੀ, ਸਿਵਿਕ ਅਥਾਰਟੀ ਜਿਹੜੀ ਨਗਰ ਕੌਂਸਲ ਆ ਉਹਨਾਂ ਨੇ ਆਪਣੀ ਵੈਨ ਦੇ ਵਿੱਚ ਸਪੈਸ਼ਲ ਉਹਨਾਂ ਦੀ ਆਪਣੀ ਵੈਨ ਹੁੰਦੀ ਆ, ਉਹਦੇ ਉੱਤੇ ਬਣਿਆ ਵੀ ਹੋਇਆ ਜੇ ਤੁਸੀਂ ਵੇਖੋ ਆਮ ਵੈਨ ਨਹੀਂ ਵੀ ਜਿੱਦਾਂ ਦੂਜੇ, ਉਹਦੇ ਵਿੱਚ ਮਗਰ ਵੱਡਾ ਜਿਹਾ ਇੱਕ ਟੈਂਕਰ ਟਾਈਪ ਹੁੰਦਾ, ਉਹਦੇ ਉੱਤੇ ਬਾਇਓਮੈਸਟ ਵੇਸਟ ਮੈਨੇਜਮੈਂਟ ਦਾ ਇੱਕ ਹੈਜਰਸ ਮਤਲਬ ਕਿ ਵੇਸਟ ਇੱਦਾਂ ਉੱਤੇ ਲੋਗੋ ਵੀ ਬਣਿਆ ਹੁੰਦਾ ਵਾ, ਜੇ ਤੁਸੀਂ ਕਿਤੇ ਲੰਘਦੇ ਆਉਂਦੇ ਵੇਖੋ ਤਾਂ ਉਹ ਸਮਝੋ ਕਿ ਉਹਦੇ ਵਿੱਚ ਬਲੈਕ ਜਿਹੜੀ ਡਸਟਬਿਨ ਵਾਲੀ ਵੇਸਟੇਜ ਜਾਂਦੀ ਪਈ ਆ। ਇਨਕਰੇਸ਼ਨ ਭਸਮੀਕਰਨ ਕਰਨਾ, ਇਹਦੇ ਵਿੱਚ ਜਿਹੜੇ ਜਿੰਨੇ ਪੀਲੇ ਬੈਗ ਦੇ ਵਿੱਚ ਪੀਲੇ ਡਸਟਬਿਨ 'ਚ ਚੀਜ਼ਾਂ ਪੈਂਦੀਆਂ ਉਹ ਸਾਰੀਆਂ ਕਲੈਕਟ ਕੀਤੀਆਂ ਜਾਂਦੀਆਂ ਵਾ ਅਤੇ ਉਹਨਾਂ ਨੂੰ ਸਾੜਿਆ ਜਾਂਦਾ ਵਾ, ਅਤੇ ਜਾਂ ਉਹਨਾਂ ਨੂੰ ਕੀਤਾ ਜਾਂਦਾ ਵਾ। ਇੱਕ ਉਹਨਾਂ ਦਾ ਹੋਰ ਵੀ ਤਰੀਕਾ ਹੈਗਾ, ਉਹਨਾਂ ਨੂੰ ਜਨਰੇਟਰ ਵਾਲੇ ਕਮਰੇ ਦੇ ਨੇੜੇ ਜਿਹੜਾ ਖੜ੍ਹ ਕੇ ਅਤੇ ਕੀਤਾ ਜਾਂਦਾ ਵਾ, ਸਾੜਿਆ ਜਾਂਦਾ, ਭਸਮੀਕਰਨ ਕੀਤਾ ਜਾਂਦਾ ਵਾ। ਇਹਦੀ ਵੀ ਬਕਾਇਦਾ ਉਹਨਾਂ ਦੇ ਇੱਕ ਸੁਪਰਵਾਈਜ਼ਰ ਹੁੰਦਾ ਵਾ, ਉਹਦੀ ਹੀ ਉਹ ਹੁੰਦੀ ਆ ਸਾਰੀ ਰਿਸਪੋਂਸੀਬਿਲਿਟੀ, ਉਹਦੇ ਵਰਕਰ ਹੁੰਦੇ ਆ, ਉਹਨਾਂ ਨੇ ਸਾਰੀ ਪ੍ਰੋਪਰ ਕਾਗਜ਼ੀ ਕਾਰਵਾਈ ਹੁੰਦੀ ਆ। ਮਤਲਬ ਕਿ ਇਹ ਨਹੀਂ ਵੀ ਜਿਹੜਾ ਮਰਜ਼ੀ ਲੈ ਕੇ ਅਤੇ ਜਾ ਕੇ ਉਹਨੂੰ ਕਰਦੇ, ਇਵੇਂ ਨਹੀਂ ਆ, ਉਹਦਾ ਪ੍ਰੋਪਰ ਸਾਰਾ ਜਿਹੜਾ ਮਤਲਬ ਕਿ ਲਿਖਤੀ ਕਾਰਵਾਈ ਹੁੰਦੀ ਆ, ਪ੍ਰੋਪਰ ਉਹਨਾਂ ਦੇ ਆਪਣੇ ਵਰਕਰ ਹੁੰਦੇ ਆ। ਨੈਕਸਟ ਬੱਚੇ ਹੈਗਾ ਆਟੋਕਲੇਵਿੰਗ ਐਂਡ ਸ਼ਰੈਡਿੰਗ। ਵੇਸਟ ਕਲੈਕਟ ਇਨ ਬਲੂ ਡਸਟਬਿਨ ਆਰ ਟ੍ਰੀਟ ਥਰੂ ਦਾ ਪ੍ਰੋਸੈਸ ਆਫ ਆਟੋਕਲੇਵਿੰਗ ਐਂਡ ਸ਼ਰੈਡਿੰਗ। ਇਹਦੇ ਵਿੱਚ ਬੱਚੇ ਕੀਤਾ ਜਾਂਦਾ ਕਿ ਆਟੋਕਲੇਵ ਕੀਤਾ ਜਾਂਦਾ ਵਾ, ਜਿਹੜੇ ਬਲੂ ਡਸਟਬਿਨ ਦੇ ਵਿੱਚ ਚੀਜ਼ਾਂ ਪੈਂਦੀਆਂ ਵਾ, ਨਾ ਤੇ ਬਲੈਕ ਵਾਲੀਆਂ ਨਾ ਜੈਲੋ ਵਾਲੀਆਂ, ਮਤਲਬ ਕਿ ਹਰ ਇੱਕ ਜੋ ਵੇਸਟੇਜ ਹੈਗੇ ਨੂੰ ਉਹਦਾ ਹੀ ਆਪਣਾ ਅਲੱਗ ਤਰੀਕਾ ਹੈਗਾ ਉਹਨੂੰ ਕਿੱਦਾਂ ਖ਼ਤਮ ਕਰਨਾ ਵਾ, ਠੀਕ ਆ। ਇਹਦੇ ਵਿੱਚ ਸਿਰਫ ਜਿਹੜੀਆਂ ਬਲੂ ਡਸਟਬਿਨ ਦੇ ਵਿੱਚ ਚੀਜ਼ਾਂ ਪੈਂਦੀਆਂ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ, ਉਹਨਾਂ ਨੂੰ ਆਟੋਕਲੇਵ ਕੀਤਾ ਜਾਂਦਾ ਵਾ। ਆਟੋਕਲੇਵ ਦੇ ਵਿੱਚ ਹੁੰਦਾ ਵੀ ਹਾਈ ਲੈਵਲ 'ਤੇ ਟੈਂਪਰੇਚਰ 'ਤੇ ਉਹਨਾਂ ਨੂੰ ਸਾੜਿਆ ਜਾਂਦਾ ਵਾ, ਠੀਕ ਆ। ਉਸ ਤੋਂ ਬਾਅਦ ਹੈਗਾ ਰੇਡੀਓ ਐਕਟਿਵ ਵੇਸਟ, ਲਾਈਕ ਜਿਹੜੀਆਂ ਸਰਿੰਜ ਹੋ ਗਈਆਂ, ਵਾਇਲ ਹੋ ਗਈਆਂ, ਪ੍ਰੋਟੈਕਟਿਵ ਕਲੋਥ ਹੈਗੇ ਜਿਹੜੇ ਟਰੀਟ ਕੀਤੇ ਜਾਂਦੇ ਆ ਰੇਡੀਓ ਐਕਟਿਵ ਡਿਪਾਰਟਮੈਂਟ ਵਿੱਚ, ਉਹਨਾਂ ਨੂੰ ਰੇਡੀਓ ਐਕਟਿਵ ਦੀ ਜਿਹੜੀ ਹੈਗੀ ਆ ਨਾਲ ਜਿਹੜਾ ਵਾ ਖ਼ਤਮ ਕੀਤਾ ਜਾਂਦਾ ਵਾ।
ਲਿਕੁਇਡ ਐਂਡ ਕੈਮੀਕਲ ਵੇਸਟ, ਇਹਦੇ ਵਿੱਚ ਸਮ ਵੇਸਟ ਆਰ ਟ੍ਰੀਟ ਵਿਦ ਕੈਮੀਕਲ ਐਟ ਲੀਸਟ 1% ਸੋਡੀਅਮ ਹਾਈਪੋਕਲੋਰਾਈਡ ਸੋਲੂਸ਼ਨ। ਜਿਹੜਾ 1% ਸੋਡੀਅਮ ਹਾਈਪੋਕਲੋਰਾਈਡ ਜਿਹੜਾ ਘੋਲ ਆ ਉਹ ਵਰਤਿਆ ਜਾਂਦਾ ਵਾ, ਜਿੱਦਾਂ ਨਾਲ ਹੀ ਜਿਹੜਾ ਆਮ ਕਰਦੇ ਆ ਸੀਵਰੇਜ ਵਗੈਰਾ ਵੀ ਨਾ ਸਾਫ਼ ਕਰਨ ਵਾਸਤੇ, ਉਹ ਕੀਤਾ ਜਾਂਦਾ। ਇਹਦੇ ਵਿੱਚ ਮਤਲਬ ਕਿ ਰਸਾਇਣ ਜਿਹੜਾ ਵਰਤਿਆ ਜਾਂਦਾ ਵਾ ਵੇਸਟ ਨੂੰ ਕਲੀਅਰ ਕਰਨ ਵਾਸਤੇ, ਖ਼ਤਮ ਕਰਨ ਵਾਸਤੇ। ਨੈਕਸਟ ਬੱਚੇ ਇਹਦੇ ਵਿੱਚ ਹੈਗਾ ਰੋਲ ਹੋਸਪਿਟਲ ਸਟਾਫ ਦੇ ਇਨ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਵਿੱਚ। ਸਭ ਤੋਂ ਪਹਿਲਾਂ ਰੋਲ ਹੈਗਾ ਮੈਡੀਕਲ ਸੁਪਰਡੈਂਟ ਦਾ, ਠੀਕ ਹੈ। ਮੈਡੀਕਲ ਸੁਪਰਡੈਂਟ ਨੇ ਕੀ ਕਰਨਾ ਹੈਗਾ ਵਾ। ਉਸ ਤੋਂ ਬਾਅਦ ਇਹਦੇ ਵਿੱਚ ਰੋਲ ਹੈਗਾ ਵਾ ਹੋਸਪਿਟਲ ਵੇਸਟ ਮੈਨੇਜਮੈਂਟ ਕਮੇਟੀਜ਼ ਜਿਹੜੀਆਂ ਬਣੀਆਂ ਹੁੰਦੀਆਂ ਵਾ। ਆਫਿਸਰ ਇੰਚਾਰਜ ਜਿਹੜੇ ਹੈਗੇ ਉਹਨਾਂ ਦਾ, ਹੈਡ ਆਫ ਡਿਪਾਰਟਮੈਂਟ, ਨਰਸਿੰਗ ਡਿਪਾਰਟਮੈਂਟ, ਸੈਨੀਟੇਸ਼ਨ ਜਿਹੜੇ ਹੈਗੇ ਆ, ਸੈਨੀਟੇਸ਼ਨ ਇੰਸਪੈਕਟਰ, ਮਤਲਬ ਕਿ ਹਰ ਇੱਕ ਵਿਅਕਤੀ ਦਾ ਇਹਦੇ ਨਾਲ ਰਿਲੇਟਡ ਜਿਹੜੇ ਹੈਗੇ ਆ ਉਹਨਾਂ ਦਾ ਸਟਾਫ ਜਿਹੜਾ ਹੌਸਪੀਟਲ ਹੈਗਾ ਉਹ ਜ਼ਿੰਮੇਵਾਰ ਹੈਗਾ ਵਾ ਇਹਦੇ ਵਾਸਤੇ। ਮੰਨ ਲਓ ਜਿਹੜੇ ਹੁਣ ਮੁਖੀਆ ਇੰਚਾਰਜ ਲੈਬ ਆ, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਵੀ ਕਿਵੇਂ ਉਹਨਾਂ ਨੇ ਹੋਰ ਜਿਹੜੇ ਡਾਕਟਰਸ ਨਰਸ ਹੈਗੇ ਆ ਜਾਂ ਉੱਥੇ ਜਿਹੜੇ ਕੰਮ ਕਰਦੇ ਆ ਕਿੱਦਾਂ ਉਹਨਾਂ ਨੂੰ ਟ੍ਰੀਟ ਕਰਨਾ ਵਾ ਵੀ ਇਹ ਵਾਲੇ ਜਿਹੜੇ ਆ ਇਨਫੈਕਸ਼ਨਸ ਕ੍ਰੀਏਟ ਨਾ ਹੋ ਸਕੇ, ਠੀਕ ਆ। ਜਿਹੜੇ ਇੰਚਾਰਜ ਹੈਗੇ ਆ ਸਫਾਈ ਵਾਲੇ, ਮੰਨ ਲਓ ਉੱਥੇ ਹੁਣ ਹੌਸਪੀਟਲ ਤੁਹਾਨੂੰ ਪਤਾ ਹੀ ਆ ਕਿੰਨੀ ਸਫਾਈ ਹੁੰਦੀ ਆ, ਉਹਨਾਂ ਦੇ ਵੀ ਸੁਪਰਵਿਜ਼ਨ ਵਾਸਤੇ ਜਿਹੜੇ ਉੱਪਰ ਵਰਕਰ ਹੈੱਡ ਹੈਗੇ ਆ ਉਹਨਾਂ ਨੇ ਨਿਗਰਾਨੀ ਰੱਖਣੀ ਆ ਪੂਰੀ, ਠੀਕ ਆ। ਇੱਦਾਂ ਮਤਲਬ ਕਿ ਹਰ ਇੱਕ ਦੀ ਰਿਸਪੋਂਸੀਬਿਲਿਟੀ ਹੈਗੀ ਆ ਕਿ ਇਨਫੈਕਸ਼ਨ ਜਿਹੜੀ ਆ ਘੱਟ ਤੋਂ ਘੱਟ ਕ੍ਰੀਏਟ ਕੀਤੀ ਜਾਵੇ। ਨੈਕਸਟ ਬੱਚੇ ਇਹਦੇ ਵਿੱਚ ਰੋਲ ਹੈਗਾ ਮੈਡੀਕਲ ਸੁਪਰਡੈਂਟ ਦਾ। ਸਭ ਤੋਂ ਪਹਿਲਾਂ ਰੋਲ ਆਪਾਂ ਮੈਡੀਕਲ ਸੁਪਰਡੈਂਟ ਦਾ ਰੋਲ ਪੜ੍ਹਾਂਗੇ, ਉਹਦਾ ਕੀ ਕਰਨਾ ਹੈਗਾ ਮਤਲਬ ਕਿ ਐਕਸਪਲੇਨ ਦੇ ਵਿੱਚ ਆਪਾਂ ਪੜ੍ਹਨਾ ਮੈਡੀਕਲ ਸੁਪਰਡੈਂਟ ਦਾ ਰੋਲ। To implement the guidelines for hospital waste management and ensure that waste is handled without any adverse effect to human health and environment। ਮੈਡੀਕਲ ਸੁਪਰਡੈਂਟ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਜਿੰਨੀ ਵੀ ਹਸਪੀਟਲ ਦੀ ਰਹਿੰਦ ਖੂੰਹਦ ਦੀ ਪ੍ਰਬੰਧਨ ਲਈ ਆ ਉਹਨੂੰ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰੇ, ਮਤਲਬ ਕਿ ਜੋ ਰੂਲਸ ਹੈਗੇ ਆ ਉਹ ਪ੍ਰੋਪਰ ਢੰਗ ਨਾਲ ਸਾਰੀ ਜਗ੍ਹਾ 'ਤੇ ਉਹਨੇ ਅਪਲਾਈ ਕਰਨੇ ਆ। ਫਿਰ ਉਹਨੇ ਇਹ ਵੀ ਵੇਖਣਾ ਕਿਤੇ ਰਹਿੰਦ ਖੂੰਹਦ ਦਾ ਜਿਹੜਾ ਕਿਤੇ ਇਨਵਾਇਰਮੈਂਟ 'ਤੇ ਤਾਂ ਨਹੀਂ ਕੋਈ ਇਫੈਕਟ ਪੈਣ ਦਿਆ, ਜਾਂ ਉਹਦੇ ਨਾਲ ਕੋਈ ਹੋਰ ਮਤਲਬ ਕਿ ਜੋ ਕਲੈਕਟ ਕਰਦੇ ਪਏ ਆ ਨਾ ਐਟਲੀਸਟ ਹੈ ਤੇ ਉਹ ਵੀ ਹਿਊਮਨ ਵੀ ਨਾ ਉਹਨਾਂ ਨੂੰ ਤਾਂ ਨਹੀਂ ਕੋਈ ਇਫੈਕਟ ਹੋਣ ਦਿਆ। ਉਹਨਾਂ ਨੇ ਦੇਖੋ ਤੁਸੀਂ ਹਸਪੀਟਲ ਜਾਓ ਤਾਂ ਜਿਹੜੇ ਉੱਥੇ ਵੇਸਟ ਮੈਨੇਜਮੈਂਟ ਕਲੈਕਟ ਕਰਦੇ ਆ ਉਹਨਾਂ ਨੇ ਵੱਡੇ ਵੱਡੇ ਗਲਵਸ ਪਾਏ ਹੋਣਗੇ, ਆਪਣੇ ਆਪ ਨੂੰ ਪ੍ਰੋਪਰ ਮਾਸਕ ਵਗੈਰਾ ਲਾ ਕੇ ਉਹਨਾਂ ਪ੍ਰੋਟੈਕਟ ਕੀਤਾ ਹੁੰਦਾ ਵਾ। ਨੈਕਸਟ ਬੱਚਾ ਹੈਗਾ ਰੋਲ ਉਹ ਹੌਸਪੀਟਲ ਕਮੇਟੀ। ਹੁਣ ਹੌਸਪੀਟਲ ਕਮੇਟੀ ਦੇ ਕੀ ਰੋਲ ਹੈਗੇ ਆ, ਉਹਨੇ ਕੀ ਕਰਨਾ ਟੂ ਕੰਡਕਟ ਅਵੇਅਰਨੈਸ ਪ੍ਰੋਗਰਾਮ ਰਿਗਾਰਡਿੰਗ ਬਾਇਓਮੈਡੀਕਲ ਵੇਸਟ ਮੈਨੇਜਮੈਂਟ, ਟੂ ਕੰਡਕਟ ਟ੍ਰੇਨਿੰਗ ਪ੍ਰੋਗਰਾਮ ਫॉर ਮੈਡੀਕਲ ਪ੍ਰੋਫੈਸ਼ਨ। ਹੁਣ ਹੌਸਪੀਟਲ ਕਮੇਟੀ ਨੇ ਕੀ ਕਰਨਾ ਹੈਗਾ, ਉਹਨਾਂ ਨੇ ਜਿਹੜੇ ਅਵੇਅਰਨੈਸ ਪ੍ਰੋਗਰਾਮ ਆ ਮਤਲਬ ਕਿ ਲੋਕਾਂ ਨੂੰ ਜੋ ਪੇਸ਼ੈਂਟ ਦੇ ਰਿਲੇਟਿਵਸ ਨੇ, ਪੇਸ਼ੈਂਟਸ ਨੂੰ ਜਾਂ ਜੋ ਸਟਾਫ ਨੇ ਉਹ ਕੰਮ ਕਰਦਾ ਉਹਨਾਂ ਨੇ ਪ੍ਰੋਗਰਾਮ ਦੇ ਥਰੂ ਅਵੇਅਰਨੈਸ ਉਹਨਾਂ ਦੇ ਕਰਵਾਉਣੀ ਹੈਗੀ ਆ। ਪੇਟ ਤੋਂ ਇਨਫੈਕਸ਼ਨ ਕ੍ਰੀਏਟ ਹੁੰਦੀ ਆ, ਕਿਵੇਂ ਉਹਨੂੰ ਕਲੈਕਟ ਕਰਨਾ ਵਾ, ਕਿਵੇਂ ਹੈਂਡਲ ਕਰਨਾ ਵਾ, ਕਿਵੇਂ ਉਹਨੂੰ ਖ਼ਤਮ ਕਰਨਾ ਵਾ, ਸਾਰੇ ਸਟੈਪ ਉਹਨਾਂ ਦੱਸਣੇ ਹੁੰਦੇ ਆ। ਰੋਲ ਆਫ ਆਫਿਸਰ ਇੰਚਾਰਜ ਮਨੀਟਰ ਦਾ ਪ੍ਰੋਗਰਾਮ ਫਰੋਮ ਸਾਈਡ ਟਾਈਮ ਟੂ ਟਾਈਮ ਐਟ ਵੇਰੀਅਸ ਲੈਵਲ, ਐਗਜ਼ਾਮਪਲ ਜਨਰੇਸ਼ਨ, ਸੈਰੀਗੇਸ਼ਨ, ਕਲੈਕਸ਼ਨ, ਸਟੋਰੇਜ, ਟਰਾਂਸਪੋਰਟੇਟ ਐਂਡ ਟਰੀਟਮੈਂਟ। ਹੁਣ ਜਿਹੜਾ ਆਫਿਸਰ ਇੰਚਾਰਜ ਉਹਨੇ ਕੀ ਕਰਨਾ ਹੈਗਾ ਵਾ, ਉਹਨੇ ਸਾਰੇ ਜਿਹੜੇ ਮਤਲਬ ਕਿ ਮੈਂ ਸਟੈਪ ਦੱਸੇ ਕਿ ਜਿੱਥੇ ਜਨਰੇਟ ਹੁੰਦੀ ਪਈ ਆ, ਸਟੋਰੇਜ ਹੁੰਦੀ ਪਈ ਆ, ਟਰਾਂਸਪੋਰਟ ਕਿੱਦਾਂ ਹੁੰਦੀ ਪਈ ਆ, ਜਾਂ ਉਹਨਾਂ ਦੀ ਜਿਹੜੀ ਟਰੀਟਮੈਂਟ ਆ ਉਹ ਕਿੱਦਾਂ ਹੁੰਦਾ ਪਿਆ, ਉਹਨਾਂ ਸਾਰਿਆਂ ਦੀ ਧਿਆਨ ਜਿਹੜਾ ਹੈਗਾ ਵਾ ਉਹਨੇ ਆਫਿਸਰ ਇੰਚਾਰਜ ਨੇ ਰੱਖਣਾ ਹੈਗਾ ਵਾ। ਵੀ ਉਹਨਾਂ ਦਾ ਵੇਖਣਾ ਵੀ ਸਹੀ ਢੰਗ ਨਾਲ ਸਟੋਰੇਜ ਹੁੰਦੀ ਆ, ਸਹੀ ਢੰਗ ਨਾਲ ਕਲੈਕਸ਼ਨ ਹੁੰਦੀ ਪਈ ਆ। ਇਹ ਨਹੀਂ ਹੈ ਵੀ ਬਲੂ ਵਾਲੀ ਜਿਹੜੀ ਵੇਸਟੇਜ ਉਹ ਰੈੱਡ 'ਚ ਮਿਕਸ ਹੋਈ ਆ ਅਤੇ ਰੈੱਡ ਵਾਲੀ ਜਿਹੜੀ ਆ ਉਹ ਬਲੂ 'ਚ ਹੋਈ ਆ। ਉਹਨਾਂ ਨੂੰ ਟਰੀਟਮੈਂਟ ਮਤਲਬ ਕਿ ਟਰਾਂਸਪੋਰਟ ਸਹੀ ਢੰਗ ਨਾਲ ਹੁੰਦੀ ਪਈ ਹੈ। ਇਹ ਸਾਰੀ ਜ਼ਿੰਮੇਵਾਰੀ ਜਿਹੜੀ ਆ ਆਫਿਸਰ ਇੰਚਾਰਜ ਦੀ ਆ। ਨੈਕਸਟ ਰੋਲ ਆਫ ਹੈੱਡ ਆਫ ਦ ਡਿਪਾਰਟਮੈਂਟ। ਹੈੱਡ ਆਫ ਡਿਪਾਰਟਮੈਂਟ ਦਾ ਰੋਲ ਉਹਨੇ ਵੀ ਇਹਦੇ ਵਿੱਚ ਆਪਣਾ ਇੰਪੋਰਟੈਂਟ ਰੋਲ ਜਿਹੜਾ ਪਲੇ ਕਰਨਾ ਵਾ। ਰਿਸਪੋਂਸੀਬਿਲਿਟੀ ਫॉर द ਫਾਰਮੂਲੇਸ਼ਨ ਐਂਡ ਇੰਪਲੀਟੇਸ਼ਨ ਆਫ ਵੇਸਟ ਮੈਨੇਜਮੈਂਟ ਪ੍ਰੋਸੀਜਰ। ਉਹਨੇ ਕੀ ਦੇਖਣਾ ਵੀ ਜੋ ਵੀ ਪ੍ਰੋਸੀਜਰਸ ਹੈਗੇ ਨੇ ਜਾਂ ਜੋ ਵੀ ਫਾਰਮੂਲੇ ਹੈਗੇ ਆ ਇਹਨੂੰ ਵੇਸਟ ਨੂੰ ਲੈ ਕੇ ਉਹ ਪ੍ਰੋਪਰ ਸਹੀ ਢੰਗ ਨਾਲ ਅਪਲਾਈ ਹੁੰਦੇ ਪਏ ਆ। ਉਹਨੇ ਆਪਣੇ ਜਿਹੜੇ ਅੰਡਰ ਡਾਕਟਰਸ ਨੇ ਜਾਂ ਜੋ ਨਰਸਿੰਗ ਸੁਪਰਡੈਂਟ ਨੇ, ਨਰਸਿਸ ਨੇ, ਉਹਨਾਂ ਦੇ ਉੱਪਰ ਉਹਨੇ ਧਿਆਨ ਰੱਖਣਾ ਵਾ, ਮਤਲਬ ਕਿ ਉਹਨਾਂ ਦੀ ਪ੍ਰੋਪਰ ਦੇਖਣਾ ਕਿ ਉਹ ਸਹੀ ਢੰਗ ਨਾਲ ਫੋਲੋ ਕਰਦੇ ਪਏ ਨੇ। ਨੈਕਸਟ ਰੋਲ ਆਫ ਨਰਸਿੰਗ ਸੁਪਰਡੈਂਟ। ਹੁਣ ਮੈਡੀਕਲ ਸੁਪਰਡੈਂਟ ਤੋਂ ਨੀਚੇ ਨਰਸਿੰਗ ਸੁਪਰਡੈਂਟ ਆ ਜਾਂਦੇ ਨੇ। ਰਿਸਪੋਂਸੀਬਲ ਫॉर द ਕਲੋਜ਼ ਮੋਨੀਟਰਿੰਗ ਆਫ ਦ ਐਕਟੀਵਿਟੀ ਐਂਡ ਕੰਡਕਟ ਸੁਪਰਵਾਈਜ਼ ਰਾਉਂਡ ਐਂਡ ਇਵੈਲੂਏਟ ਦ ਵੇਰੀਅਸ ਅਸੈਪਟ। ਉਹਨੇ ਕੀ ਕਰਨਾ ਹੁੰਦਾ ਵਾ ਕਿ ਹਰ ਇੱਕ ਵਾਰਡ, ਮੰਨ ਲਓ ਮੈਂ ਔਰਥੋ ਵਾਰਡ ਦੀ ਗੱਲ ਕਰਦੀ ਹਾਂ,
ਹੱਡੀਆਂ ਦੀ ਵਾਰਡ ਆ ਔਰਥੋ, ਅਤੇ ਉਹਦੇ ਵਿੱਚ ਜੇ 5 ਨਰਸਿੰਗ ਹੈਗਾ ਸਟਾਫ, ਤੇ ਉਹਨਾਂ ਦੇ ਉੱਪਰ ਇੱਕ ਨਰਸਿੰਗ ਸੁਪਰਡੈਂਟ ਹੈਗੀ ਆ। ਉਹਨੇ ਸਰਪ੍ਰਾਈਜ਼ ਰਾਉਂਡ ਰੱਖਣਾ ਵਾ ਵਿੱਚ ਹਫਤੇ 'ਚ ਜਾਂ ਮੰਥਲੀ, ਅਤੇ ਦੇਖਣਾ ਵੀ ਜਿਹੜੀ ਵੇਸਟ ਨੂੰ ਲੈ ਕੇ ਰੂਲਸ ਹੈਗੇ ਨੇ ਪ੍ਰੋਪਰ ਸਹੀ ਢੰਗ ਨਾਲ ਫੋਲੋ ਹੋ ਰਹੇ ਨੇ। ਉਹਦਾ ਇਹ ਕੰਮ ਹੈਗਾ। ਉਹਨੇ ਆਪਣੇ ਸਟਾਫ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਵਾ, ਕਿਵੇਂ ਉਹਨਾਂ ਨੇ ਮਤਲਬ ਕਿ ਨਰਸਿਸ ਨੇ ਕਿਵੇਂ ਪੇਸ਼ੈਂਟਸ ਨੂੰ ਅਵੇਅਰ ਕਰਨਾ ਵਾ, ਕਿਵੇਂ ਉਹਨਾਂ ਦੇ ਰਿਲੇਟਿਵਸ ਨੂੰ ਅਵੇਅਰ ਕਰਨਾ ਹੈ ਇਸ ਗੱਲ ਬਾਰੇ। ਰੋਲ ਆਫ ਸੈਨੀਟੇਸ਼ਨ ਇੰਸਪੈਕਟਰ, ਸੈਨੀਟੇਸ਼ਨ ਜਿਹੜਾ ਸਫਾਈ ਇੰਚਾਰਜ ਹੁਣ ਇੰਸਪੈਕਟਰ ਹੋਏਗਾ ਉਹਨਾਂ ਦਾ। ਰੋਲ ਰਿਸਪੋਂਸੀਬਲ ਫॉर द ਇੰਪਲੀਟੇਸ਼ਨ ਮੋਨੀਟਰਿੰਗ ਐਂਡ ਇਵੈਲੂਏਸ਼ਨ ਆਫ ਦ ਹਸਪੀਟਲ ਵੇਸਟ ਮੈਨੇਜਮੈਂਟ ਫਰੋਮ ਕਲੈਕਸ਼ਨ ਸਟੋਰੇਜ ਐਂਡ ਟਰੀਟਮੈਂਟ। ਉਹਨੇ ਕੀ ਕਰਨਾ ਵਾ, ਉਹਨੇ ਜੋ ਵੀ ਹਸਪੀਟਲ ਰਹਿੰਦ ਖੂੰਹਦ ਦੀ ਨਿਗਰਾਨੀ ਆ, ਕਿਵੇਂ ਉਹਨਾਂ ਨੂੰ ਇਕੱਠਾ ਕਰਨਾ ਵਾ, ਕਿਵੇਂ ਉਹਨਾਂ ਦੀ ਜਿਹੜਾ ਅਖੀਰਲਾ ਸਟੈਪ ਹੈਗਾ ਵਾ ਉਹ ਤੱਕ ਜ਼ਿੰਮੇਵਾਰ ਹੈਗਾ ਵਾ। ਉਹਨੇ ਆਪਣੀ ਜਿਹੜੀ ਹਸਪਤਾਲ ਦੀ ਰਹਿੰਦ ਖੂੰਹਦ ਕਮੇਟੀ ਮੀਟਿੰਗ ਵਿੱਚ ਸ਼ਾਮਲ ਵੀ ਹੋਣਾ ਹੁੰਦਾ ਵਾ, ਸਟਾਫ ਨੂੰ ਵੀ ਟ੍ਰੇਨਿੰਗ ਦੇਣੀ ਆ। ਉਹਨੇ ਜੋ ਵੀ ਉਹਦੇ ਨਾਲ ਮਤਲਬ ਟ੍ਰੇਨਿੰਗ ਤੋਂ ਕਰਦੇ ਪਏ ਆ ਕੰਮ ਉਹਨਾਂ ਵੱਲ ਵੀ ਉਹਨੇ ਧਿਆਨ ਰੱਖਣਾ ਵਾ। ਇਹ ਸਾਰੇ ਬੱਚੇ ਵੱਖਰੇ ਵੱਖਰੇ, ਹਰ ਇੱਕ ਪਰਸਨ ਦੇ ਵੱਖਰੇ ਵੱਖਰੇ ਇਨ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਨੂੰ ਲੈ ਕੇ ਆਪਣੇ ਆਪਣੇ ਰੋਲ ਨੇ। ਨੈਕਸਟ ਹੈਗਾ ਬੱਚੇ ਇਹਦੇ ਵਿੱਚ ਟ੍ਰੇਨਿੰਗ ਆ ਜਾਂਦੀ ਆ ਹਸਪੀਟਲ ਵੇਸਟ ਮੈਨੇਜਮੈਂਟ ਦੀ। ਕੀ ਕਰਨਾ ਹੈਗਾ, ਇਟ ਇਨਕਲੂਡ ਦ ਫੋਲੋਇੰਗ ਅਵੇਅਰਨੈਸ ਆਫ ਡਿਫਰੈਂਟ ਕੈਟਾਗਰੀਜ਼ ਆਫ ਵੇਸਟ। ਉਹਨਾਂ ਨੇ ਵੱਖ ਜਿਹੜੀ ਕੈਟਾਗਰੀਜ਼ ਹੈਗੀਆਂ ਉਹਨਾਂ ਨੂੰ ਲੈ ਕੇ ਜਾਗਰੂਕਤਾ ਮਤਲਬ ਕਿ ਅਵੇਅਰਨੈਸ ਉਹਨਾਂ ਦੇ ਵਿੱਚ ਭਰਨੀ ਹੈਗੀ ਆ ਲੋਕਾਂ 'ਚ। ਜੇ ਅਸੀਂ ਉਹਨਾਂ ਨੂੰ ਹੁਣ ਸਾਨੂੰ ਤਾਂ ਪਤਾ ਵਾ ਰੈੱਡ ਡਸਟਬਿਨ ਦੇ ਵਿੱਚ ਕੀ ਪੈਣਾ, ਅਤੇ ਜਿਹੜੇ ਲੋਕ ਆਏ ਆ ਨਾਲ ਉਹ ਮੰਨ ਲਓ ਪੜ੍ਹ ਨਹੀਂ ਸਕਦੇ, ਅਤੇ ਉਹਨਾਂ ਨੂੰ ਅਸੀਂ ਅਵੇਅਰ ਕਰਨਾ ਵਾ, ਅਸੀਂ ਦੱਸਣਾ ਵਾ ਕਿ ਬਲੈਕ ਡਸਟਬਿਨ 'ਚ ਕੀ ਪੈਣਾ ਵਾ ਅਤੇ ਰੈੱਡ 'ਚ ਕੀ ਪੈਣਾ ਵਾ। ਵੇਸਟ ਮਿਨੀਮਾਈਜੇਸ਼ਨ, ਘੱਟ ਤੋਂ ਘੱਟ ਜਿਹੜੀ ਆ ਵੇਸਟ ਜਿਹੜੀ ਆ ਪੈਦਾ ਹੋਵੇ, ਉਹ ਆਪਾਂ ਉਹਨੇ ਕਰਨਾ ਵਾ। ਟ੍ਰੇਨਿੰਗ ਕਰਨੀ ਹਸਪੀਟਲ ਦੀ। ਸੈਰੀਗੇਸ਼ਨਸ, ਕਿੱਦਾਂ ਚੀਜ਼ਾਂ ਨੂੰ ਖ਼ਤਮ ਕਰਨਾ ਵਾ। ਪ੍ਰੋਪਰ ਹੈਂਡਲਿੰਗ, ਕਲਰ ਕੋਡਿੰਗ ਬਾਰੇ, ਐਪਰੀਸ਼ੀਏਟ ਟਰੀਟਮੈਂਟ ਬਾਰੇ, ਮੈਨੇਜਮੈਂਟ ਆਫ ਸਪਿਲਸ ਐਂਡ ਐਕਸੀਡੈਂਟਸ, ਆਕੂਪੇਸ਼ਨ ਹੈਲਥ ਐਂਡ ਸੇਫਟੀ। ਮਤਲਬ ਕਿ ਜੋ ਇਹ ਸਾਰੀਆਂ ਗੱਲਾਂ ਦੇ ਵਿੱਚ ਆਪਾਂ ਜਿਹੜੇ ਪੁਆਇੰਟਸ ਆਪਾਂ ਪੜ੍ਹੇ ਉਹਦੇ ਵਿੱਚ ਆਪਾਂ ਟ੍ਰੇਨਿੰਗ ਦੇਣੀ ਆ ਹਸਪੀਟਲਸ ਦੀ ਵੇਸਟ ਮੈਨੇਜਮੈਂਟ ਵਾਲਿਆਂ ਨੇ। ਠੀਕ ਆ, ਮਤਲਬ ਕਿ ਪ੍ਰੋਪਰ ਕਲਰ ਕੋਡਿੰਗ ਹੋਵੇ। ਆਕੂਪੇਸ਼ਨ ਜਿਹੜੀ ਹੈਗੀ ਆ, ਜੋ ਕੰਮ ਇਹਦੇ ਨਾਲ ਰਿਲੇਟਡ ਲੋਕ ਕੰਮ ਕਰਦੇ ਪਏ ਨੇ ਉਹਨਾਂ ਦੀ ਵੀ ਹੈਲਥ ਜਿਹੜੀ ਆ ਹੋਣੀ ਚਾਹੀਦੀ ਆ, ਠੀਕ ਹੋਣੀ ਚਾਹੀਦੀ ਆ। ਕੋਈ ਐਕਸੀਡੈਂਟ ਨਾ ਹੋ ਜਾਵੇ, ਮੰਨ ਲਓ ਕੋਈ ਸ਼ਾਰਪ ਚੀਜ਼ ਆ ਜਾਂ ਉਹ ਕਿੱਦਾਂ ਵੀ ਆ, ਉਹ ਪੇਸ਼ੈਂਟਸ ਦਾ ਉਹਦੇ ਮਤਲਬ ਕਿ ਜੋ ਵਰਕਰ ਆ ਉਹ ਉਹਦੇ ਨਾਲ ਹੈਂਡਲ ਐਕਸੀਡੈਂਟ ਕੇਸ ਨਾ ਹੋਵੇ, ਇਵੇਂ ਕਰਕੇ। ਸੋ ਬੱਚੋ ਇਹ ਸੀ ਸਾਰੀ PPT। ਆਪਾਂ ਇੱਕ ਵਾਰ ਮੈਂ ਤੁਹਾਨੂੰ ਰਿਵਾਈਜ਼ ਕਰ ਦਿੰਦੀ ਹਾਂ। ਆਪਾਂ ਅੱਜ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਬਾਰੇ ਪੜ੍ਹਿਆ। ਸਭ ਤੋਂ ਪਹਿਲਾਂ ਮੈਂ ਉਹਦੇ ਵਿੱਚ ਤੁਹਾਨੂੰ ਉਹਦੀ ਡੈਫੀਨੇਸ਼ਨ ਦੱਸੀ, ਅੱਗੇ ਉਹਦੀ ਕਲਾਸੀਫਿਕੇਸ਼ਨ ਦੱਸੀ, 9 ਤਰ੍ਹਾਂ ਦੀ ਹੁੰਦੀ ਆ। ਫਿਰ ਕੈਟਾਗਰੀਜ਼ ਦੱਸੀਆਂ ਬੱਚੇ ਤੁਹਾਨੂੰ, ਕੈਟਾਗਰੀਜ਼ 10 ਤਰ੍ਹਾਂ ਦੀ ਹੁੰਦੀਆਂ। ਹਰ ਇੱਕ ਕੈਟਾਗਰੀ ਦੇ ਵਿੱਚ ਡਿਫਰੈਂਟ ਜਿਹੜੀ ਆ ਵੇਸਟੇਜ ਆਪਾਂ ਇਨਕਲੂਡ ਕੀਤੀ ਆ। ਕਲਰ ਕੋਡ ਬੈਗਸ ਬਾਰੇ ਵੀ ਦੱਸਿਆ। ਇੰਪੋਰਟੈਂਸ ਕੀ ਆ, ਮਤਲਬ ਕਿ ਜੇ ਨਾ ਹੋਏਗਾ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਤਾਂ ਕੀ ਹੋਏਗਾ ਉਹ ਵੀ ਮੈਂ ਤੁਹਾਨੂੰ ਦੱਸਿਆ। ਸੋਰਸਸ ਕਿੱਥੋਂ ਪੈਦਾ ਹੁੰਦੀ ਆ। ਨੈਕਸਟ ਉਹਦੇ ਸਟੈਪਸ ਦੱਸੇ ਹੀ। ਮੈਥਡ ਦੱਸਿਆ ਵੀ ਕਿੱਦਾਂ ਉਹਨਾਂ ਨੇ ਕਲੈਕਟ ਕਰਨਾ ਵਾ, ਬਲੈਕ ਬੈਗ ਨੂੰ ਕਿੰਨੇ ਕਲੈਕਟ ਕਰਨਾ ਵਾ, ਰੈੱਡ ਨੂੰ ਕਿੱਦਾਂ ਉਹ ਡਿਸਕਾਰਡ ਕਰਦੇ ਆ, ਜੈਲੋ ਨੂੰ ਕਿੱਦਾਂ ਕਰਦੇ ਆ। ਸੋ ਰੋਲ ਕੀ ਆ ਹਸਪੀਟਲ ਸਟਾਫ ਦੇ, ਨਰਸਿੰਗ ਸੁਪਰਡੈਂਟ, ਮੈਡੀਕਲ ਸੁਪਰਡੈਂਟ, ਸਾਰੇ ਤੁਹਾਨੂੰ ਐਕਸਪਲੇਨ ਕੀਤਾ। ਆਈ ਹੋਪ ਸੋ ਕਿ ਤੁਹਾਨੂੰ ਇਹ PPT ਅੱਛੀ ਵੀ ਲੱਗੀ ਹੋਏਗੀ ਔਰ ਸਮਝ ਵੀ ਆਏਗੀ। ਹੁਣ ਇਹਦੇ ਵਿੱਚ ਬੱਚੇ ਥੋੜ੍ਹੇ ਕੁਐਸਚਨ ਆ ਜਿਹੜੇ ਦਿੱਤੇ, ਉਹ ਵਿੱਚੋਂ ਜੇ ਤਾਂ ਤੁਸੀਂ ਧਿਆਨ ਨਾਲ PPT ਸਮਝੀ ਹੋਏਗੀ ਤਾਂ ਬੜੇ ਈਜ਼ੀ ਤਰੀਕੇ ਨਾਲ ਤੁਸੀਂ ਲੱਭ ਲਓਗੇ ਅਤੇ ਆਪਣੀ ਨੋਟਬੁੱਕ 'ਤੇ ਨੋਟ ਕਰੋਗੇ। ਮੈਂ ਇੱਕ ਵਾਰ ਕੁਐਸਚਨ ਤੁਹਾਨੂੰ ਪੜ੍ਹ ਕੇ ਦੱਸ ਦਿੰਦੀ ਹਾਂ। ਵਾਟ ਇਜ਼ ਬਾਇਓਮੈਡੀਕਲ ਵੇਸਟ? ਸਭ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਐਕਸਪਲੇਨ ਕੀਤਾ ਸੀ ਡੈਫੀਨੇਸ਼ਨ। ਨੇਮ ਦਾ ਡਿਫਰੈਂਟ ਕਲਰ ਕੋਡਿੰਗ ਯੂਜ਼ ਫॉर ਵੇਸਟ। ਕਲਰ ਕੋਡਿੰਗ ਮੈਂ ਦੱਸਿਆ ਵੀ ਸੀ ਤੁਹਾਨੂੰ ਵੀ 4 ਤਰ੍ਹਾਂ ਦੇ ਆਪਾਂ ਬੈਗ ਜਿਹੜੇ ਯੂਜ਼ ਕਰਦੇ ਹਾਂ ਉਹ ਵਾਲਾ। ਥਰਡ ਕੁਐਸਚਨ, ਵਾਟ ਕਾਈਂਡ ਆਫ ਵੇਸਟ ਵੀ ਥਰੋ ਇਨ ਰੈੱਡ ਡਸਟਬਿਨ 'ਚ। ਉਹਨੂੰ ਪੁੱਛਿਆ ਸਿਰਫ ਰੈੱਡ ਡਸਟਬਿਨ ਵਿੱਚ ਕੀ ਪੈਂਦਾ ਉਹ ਤੁਸੀਂ ਲਿਖੋਗੇ ਇੱਥੇ। ਫੋਰਥ, ਨੇਮ ਦਾ ਮੈਥਡ ਵੀ ਯੂਜ਼ ਫॉर ਟਰੀਟਮੈਂਟ ਆਫ ਵੇਸਟ। ਕਿੱਦਾਂ ਆਪਾਂ ਮਤਲਬ ਕਿ ਖ਼ਤਮ ਕਰ ਸਕਦੇ ਵੇਸਟ ਨੂੰ, ਕਿਹੜੇ ਮੈਥਡਸ ਦੇ ਨਾਲ, ਉਹ ਦੱਸਣੇ ਆ। ਰਾਈਟ ਦਾ ਸਟੈਪਸ ਫॉर ਵੇਸਟ ਮੈਨੇਜਮੈਂਟ, ਕਿਹੜੇ ਸਟੈਪਸ ਹੈਗੇ ਨੇ ਵੇਸਟ ਮੈਨੇਜਮੈਂਟ ਵਾਸਤੇ। ਰਾਈਟ ਦਾ ਕਲਾਸੀਫਿਕੇਸ਼ਨ ਆਫ ਬਾਇਓਮੈਡੀਕਲ ਵੇਸਟ, ਉਹ ਤੁਹਾਨੂੰ ਮੈਂ ਦੱਸੀ ਸੀ ਕਲਾਸੀਫਿਕੇਸ਼ਨ। ਰਾਈਟ ਦਾ ਮੇਜਰ ਸੋਰਸ ਆਫ ਬਾਇਓਮੈਡੀਕਲ ਵੇਸਟ, ਮੇਜਰ ਸੋਰਸ ਵੀ ਤੁਹਾਨੂੰ ਦੱਸੇ ਹੀ, ਹਸਪੀਟਲ ਹੋ ਗਏ, ਕਲੀਨਿਕਸ ਹੋ ਗਏ ਸਾਰੇ। ਵਟ ਆਰ ਡਿਊਟੀ ਆਫ ਨਰਸਿੰਗ ਸੁਪਰਡੈਂਟ ਇਨ ਵੇਸਟ ਮੈਨੇਜਮੈਂਟ, ਨਰਸਿੰਗ ਸੁਪਰਡੈਂਟ ਕੀ ਵੇਸਟ ਡਿਊਟੀ ਹੈਗੀ ਆ ਇਹ ਵੀ ਮੈਂ ਤੁਹਾਨੂੰ ਦੱਸਿਆ ਵਾ। ਰਾਈਟ ਦਾ ਇੰਪੋਰਟੈਂਸ ਆਫ ਬਾਇਓਮੈਡੀਕਲ ਵੇਸਟ। ਵਟ ਕਾਈਂਡ ਆਫ ਵੇਸਟ ਵੀ ਪੁੱਟ ਇਨ ਕੈਟਾਗਰੀ ਨੰਬਰ 5, ਕੈਟਾਗਰੀ ਨੰਬਰ 5 ਦੇ ਵਿੱਚ ਆਪਾਂ ਕਿਹੜੀ ਵੇਸਟ ਕੈਟਾਗਰੀ ਜਿਹੜੀ ਆ ਐਡ ਕਰਾਂਗੇ।
आई होप सो कि ਤੁਹਾਨੂੰ ਇਹ ਕੁਐਸਚਨਸ ਈਜ਼ੀ ਵੀ ਲੱਗਣਗੇ ਔਰ ਹੈ ਵੀ ਈਜ਼ੀ ਆ। ਤੁਸੀਂ ਇੱਕ ਵਾਰ ਪੀਪੀਟੀ ਨੂੰ ਸੁਣਨਾ ਵਾ, ਇੱਕ ਵਾਰ ਨਹੀਂ, ਜੇ ਨਹੀਂ ਪਤਾ ਲੱਗਿਆ ਸੈਕਿੰਡ ਟਾਈਮ ਹੀ ਸੁਣੋ ਤੇ ਕੁਐਸਚਨ ਆਪਣੇ ਨੋਟਬੁੱਕ 'ਤੇ ਨੋਟ ਕਰੋ। ਥੈਂਕ ਯੂ।